सतनाम वाहिगुरु साहिब जी। फिरत फिरत प्रभ आया, परया तौ सरनाय। नानक की प्रभ बेनती, अपनी भगति लाए। ज्ञान ध्यान किश कर्म ना जाना, नाहे न निर्मल करणी। साध संगत कै अंचल लाभ हो, बिखम नदी जाए तरणी। गुर सिख मीत चल हो गुर चाली। जो गुर कहे सोई पल मन हो, हर हर कथा निराली। बेसुमार अथाह अगनत अतुल, जो बुलाव हो त्यो नानक दास बोले। जेता दियो पिंड सब तेरा, तू अंतरजामी पुरख भगवान। दासन दास कहे जन नानक, जेहा तू कराए। तेहा हो करी वख्यान। सतनाम वाहिगुरु साहिब जी। श्लोक सहस्कृति महला पंजवा। एक ओंकार सतनाम करता पुरख निरभौ निर्वैर। अकाल मूरत अजूनी सैभं गुर प्रसाद। कतंच माता कतंच पिता, कतंच बनिता विनोद सुतः। कतंच प्रहात मीत हित बंधव, कतंच मोह कुटुंबते। कतंच चपल मोहनी रूपं, पेखन्ते त्यागं क्रोध। रहंत संग भगवान सिमरण, नानक लब्धयं अच्युत तनः। कतंच चपल मोहनी रूपं, पेखन्ते त्यागं करोत्। रहंत संग भगवान सिमरण, नानक लब्धयं अच्युत तनः। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਕਿਰਪਾ ਨਿਧ ਠਾਕੁਰ ਪਤਿਤ ਪਾਵਨ ਦਾਤਾ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਾਡੇ ਦੁਰਲੱਭ ਮਨੁੱਖਾ ਜਨਮ ਦੇ ਵਿੱਚ ਬਖਸ਼ਿਸ਼ ਕੀਤੀ ਹੋਈ ਬੁੱਧ ਦੇ ਵਿੱਚ ਸਤ ਸੰਗਤ ਦੀ ਸਾਧਨਾ ਦਾ ਉੱਤਮ ਖਿਆਲ ਪਾ ਕੇ ਪਹਿਲਾਂ ਉੱਤਮ ਖਿਆਲ ਦੀ ਬਖਸ਼ਿਸ਼ ਕੀਤੀ, ਫਿਰ ਸਤਿਗੁਰੂ ਸਾਹਿਬ ਜੀ ਨੇ ਉਸ ਉੱਤਮ ਖਿਆਲ ਦੀ ਪ੍ਰਯੋਗ ਦੇ ਧਾਰਨੀ ਬਣਾਉਂਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਕੇ ਗੁਰ ਸ਼ਬਦ ਦੇ ਅਭਿਆਸ ਨੂੰ ਕਥਾ ਕੀਰਤਨ ਦੇ ਦੁਆਰਾ ਮਾਨਣ ਦਾ, ਪ੍ਰਾਪਤ ਕਰਨ ਦਾ, ਦ੍ਰਿੜ ਕਰਨ ਦਾ ਯਤਨ ਕਰ ਰਹੇ ਹਾਂ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸੂਤਰੀ ਨੁਕਤੇ ਤਹਿਤ ਬਖਸ਼ਿਸ਼ ਕਰਦੇ ਹਨ। ਗੁਰਸਿੱਖ ਮੀਤ ਚਲੋ ਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਦੁਨੀਆ ਦੇ ਵਿੱਚ ਜਿਸ ਵੀ ਖੇਤਰ ਦੇ ਵਿੱਚ ਮਨੁੱਖ ਨੇ ਚੱਲਣਾ ਹੈ, ਉਵੇਂ ਉਵੇਂ ਦੀ ਮੱਤ, ਉਵੇਂ ਉਵੇਂ ਦੀ ਸਿੱਖਿਆ ਸਭ ਪਾਸੇ ਉਪਲਬਧ ਹੈ। ਕਾਰੋਬਾਰੀ ਦੇ ਲਈ ਬਿਜ਼ਨਸ ਦੇ ਇੰਸਟੀਚਿਊਟ ਖੁੱਲ੍ਹੇ ਨੇ। ਫਿਲਾਸਫੀ ਪੜ੍ਹਨ ਵਾਲੇ ਦੇ ਲਈ ਬੜੇ ਵੱਡੇ ਵਿਦਿਆਲੇ ਨੇ ਦਰਸ਼ਨ ਦੇ। ਪਰ ਇੱਕ ਉਹ ਮਨੁੱਖ ਜਿਹਨੂੰ ਸਮੁੱਚੇ ਜੀਵਨ 'ਚ ਸਭ ਪੱਖਾਂ ਤੋਂ ਗਿਆਨ ਦੀ ਸੇਧ, ਗਿਆਨ ਦੀ ਰਹਿਨੁਮਾਈ ਚਾਹੀਦੀ ਹੈ, ਫਿਰ ਸਤ ਸੰਗਤ ਉਹਦੇ ਲਈ ਸਭ ਤੋਂ ਜ਼ਰੂਰੀ, ਮੁੱਢਲਾ ਅਤੇ ਆਜੀਵਨ ਪਰਦੇ ਵਿੱਚ ਸਾਧਨਾ ਕਰਨ ਵਾਲਾ ਇੱਕੋ ਇੱਕ ਹੀ ਇਹ ਢੰਗ, ਇਹ ਸਥਾਨ ਬਚਦਾ। ਇਸ ਕਰ ਗੁਰੂ ਸਾਹਿਬ ਜੀ ਕੇ ਫਰਮਾਉਂਦੇ ਹਨ ਕਿ ਗੁਰ ਚਾਲੀ, ਭਾਵ ਕਿ ਗੁਰ ਕੀ ਮੱਤ ਅਨੁਸਾਰ ਕਿਵੇਂ ਜੀਵਨ ਬਤੀਤ ਕਰਨਾ ਹੈ, ਇਹ ਸ਼੍ਰੇਸ਼ਟ ਮੱਤ ਗੁਰੂ ਦੁਆਰ ਤੋਂ ਮਿਲੇਗੀ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਗੁਰੂ ਕਿਰਪਾ ਸਦਕਾ ਐਸਾ ਨਿਰਮਲ ਯਤਨ ਰੋਜ਼ਾਨਾ ਕਰਨ ਦਾ ਯਤਨ ਕਰਦੇ ਹੋ। ਗੁਰੂ ਕਿਰਪਾ ਸਦਕਾ ਲੜੀਵਾਰ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੂੰ ਬਾਣੀ ਕੇ ਬੋਹਿਥ ਵੀ ਸਤਿਕਾਰਿਤ ਭਾਵ ਦੇ ਵਿੱਚ ਆਖਿਆ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪ੍ਰਵਾਹ ਦਾ ਪੂਰਾ ਸੰਪੂਰਨ ਪਾਠ ਕਰੀਏ, ਅਧਿਐਨ ਕਰੀਏ ਤਾਂ ਸਹਿਜੇ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਭ ਤੋਂ ਵਧੇਕ ਬਾਣੀ ਸਾਰੇ ਬਾਣੀਕਾਰਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 30 ਰਾਗਾਂ ਦੇ ਵਿੱਚ ਅੰਕਿਤ ਹੈ। ਜਿੱਥੇ ਸ਼ਲੋਕ ਸਹਿਸਕ੍ਰਿਤੀ ਦੇ ਸਿਰਲੇਖ ਹੇਠ ਗੁਰੂ ਨਾਨਕ ਸਾਹਿਬ ਜੀ ਨੇ 4 ਸ਼ਲੋਕ ਰਚ ਕੇ ਕਾਸ਼ੀ ਦੇ ਪੰਡਤਾਂ ਨੂੰ ਸ਼ਬਦ ਅਨੁਭਵ ਦੇ ਉਪਦੇਸ਼ ਦੁਆਰਾ ਉਹਨਾਂ ਦੇ ਜੀਵਨ ਨੂੰ ਸਵਾਰਿਆ, ਉਸੇ ਪ੍ਰਕਾਰ ਹੀ ਸ਼ਲੋਕ ਸਹਿਸਕ੍ਰਿਤੀ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ 67 ਸ਼ਲੋਕਾਂ ਦੀ ਰਚਨਾ ਕੀਤੀ ਹੈ। ਸਹਿਸਕ੍ਰਿਤੀ ਭਾਸ਼ਾ ਉਹ ਹੈ ਜਿਹੜੀ ਪ੍ਰਾਕ੍ਰਿਤ, ਪੰਜਾਬੀ ਅਤੇ ਸੰਸਕ੍ਰਿਤ ਦੇ ਸਾਂਝੇ ਸੰਗਮ ਤੋਂ ਬਣੀ ਹੈ ਅਤੇ ਇਸ ਦਾ ਜਿਹੜਾ ਉਚਾਰਨ ਰੂਪ ਹੈ ਉਹ ਸਾਧ ਭਾਖਾ ਵਾਲਾ ਹੈ। ਭਾਵ ਕਿ ਸੰਸਕ੍ਰਿਤ ਦੇ ਸ਼ਬਦ ਰੂਪ ਮੁੱਢਲੇ ਰੂਪ ਵਿੱਚ ਉਵੇਂ ਨਹੀਂ ਆਉਂਦੇ, ਨਾ ਹੀ ਪ੍ਰਾਕ੍ਰਿਤ ਦੇ ਅਤੇ ਨਾ ਹੀ ਪੰਜਾਬੀ ਦੇ। ਕਿਤੇ ਕਾਰਕੀ ਪਿਛੇਤਰ, ਕਿਤੇ ਅਨੁਸਵਾਰ ਲਗਾ ਕੇ ਇੱਕ ਵਿਲੱਖਣ ਤਰ੍ਹਾਂ ਦੀ ਭਾਸ਼ਾ ਨੂੰ ਰਚਿਆ ਗਿਆ ਹੈ। ਉਸ ਨੂੰ ਸੰਸਕ੍ਰਿਤੀ ਦਾ ਨਾਮ ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤਾ ਹੈ। ਇੱਕ ਓਅੰਕਾਰ। ਸਤਿਗੁਰੂ ਸਾਹਿਬ ਜੀ ਬਾਣੀ ਦੇ ਆਰੰਭ ਤੋਂ ਪਹਿਲਾਂ ਅਕਾਲ ਪੁਰਖ ਸਰੂਪ ਦਾ ਸੰਪੂਰਨ ਮੰਗਲ ਕਰਦਿਆਂ ਉਚਾਰਨ ਕਰਦੇ ਹਨ, ਇੱਕ ਓਅੰਕਾਰ। ਉਹ ਅਕਾਲ ਪੁਰਖ ਪਰਮੇਸ਼ਵਰ ਜੋ ਨਿਰਗੁਣ ਸਰੂਪ ਕਰਕੇ ਇੱਕ ਹੈ,
ਓਅੰਕਾਰ ਸਰੂਪ ਕਰਕੇ ਸਾਰੇ ਬ੍ਰਹਿਮੰਡ ਦਾ ਸਮਸਤ ਜਗਤ ਦਾ ਪ੍ਰਕਾਸ਼ਕ ਹੈ। ਉਸ ਦੇ ਓਅੰਕਾਰੀ ਹੁਕਮ ਦੇ ਮੌਲ ਦੇ ਨੇਮ ਵਿੱਚ ਸਾਰੇ ਜਗਤ ਦੀ ਸਿਰਜਣਾ ਪ੍ਰਤਪਾਲਣਾ ਨਾਸ਼ੜਾ ਹੋ ਰਹੀ ਹੈ। ਸਤਨਾਮ। ਤਾਂ ਗੁਰੂ ਸਾਹਿਬ ਜੀ ਕਹਿੰਦੇ ਉਸ ਅਕਾਲ ਪੁਰਖ ਤੋਂ ਜਿਤਨੀ ਵੀ ਉਤਪਤੀ ਹੋਈ ਹੈ ਉਹ ਸਤ ਭਾਵ ਸਦੀਵ ਹੈ। ਸਦੀਵ ਉਹ ਆਪਣੀ ਰਚਨਾ ਦਰ ਵਿਆਪਕ ਹੈ। ਨਾਮ ਰੂਪ ਦੁਆਰਾ ਜਾਣਿਆ ਜਾਂਦਾ ਹੈ, ਬੁੱਝਿਆ ਜਾਂਦਾ ਹੈ। ਉਹ ਸਤ ਸਰੂਪ ਜਦ ਪ੍ਰਗਟ ਹੁੰਦਾ ਹੈ ਤਾਂ ਉਹ ਨਾਮ ਦੁਆਰਾ ਪ੍ਰਗਟ ਹੁੰਦਾ ਹੈ। ਕਰਤਾ ਪੁਰਖ ਜਿਤਨੀ ਅਜੀਮ ਰਚਨਾ ਉਸ ਅਕਾਲ ਪੁਰਖ ਸਿਰਜਣਹਾਰ ਨੇ ਹਾਥੀ ਤੋਂ ਲੈ ਕੇ ਕੀੜੀ ਜਿਤਨੀ ਰਚੀ ਹੈ, ਹਰੇਕ ਹਸਤੀ ਦੇ ਅੰਦਰ ਉਸਨੇ ਆਪਣੀ ਸੱਤਾ ਨੂੰ ਵਿਆਪਕ ਰੱਖ ਕੇ ਹੁਕਮ ਅਤੇ ਚਿੱਤ ਦੁਆਰਾ ਮੌਲ ਦੇ ਨੇਮ ਦੁਆਰਾ ਆਪਣੇ ਆਪ ਦੇ ਵਿੱਚ ਸਮਾਇਆ ਹੋਇਆ। ਭਾਵ ਕਿ ਉਹ ਕਰਤਾ ਆਪਣੀ ਕਿਰਤ ਤੋਂ ਵੱਖ ਨਹੀਂ, ਸਗੋਂ ਆਪਣੀ ਕਿਰਤ ਦੇ ਅੰਦਰ ਬਾਹਰ ਦੋਵਾਂ ਪੱਧਰਾਂ 'ਤੇ ਵਿਦਮਾਨ ਹੈ। ਨਿਰਭਉ ਨਿਰਵੈਰ ਉਸ ਅਕਾਲ ਪੁਰਖ ਦੀ ਪਰਮ ਹਸਤੀ ਸਭ ਤੋਂ ਸਿਰਮੌਰ ਹੋਣ ਕਰਕੇ ਔਰ ਸਮੇਂ ਸਥਾਨ ਦੇਸ਼ ਕਾਲ ਦੇ ਬੰਧਨਾਂ ਤੋਂ ਰਹਿਤ ਹੋਣ ਕਰਕੇ ਨਿਰਭਉ ਹੈ। ਅਤੇ ਉਸੇ ਨਿਰਭਉ ਸਰੂਪ ਦੇ ਕਾਰਨ ਹੀ ਉਹ ਹਸਤੀ ਨਿਰਵੈਰ ਵੀ ਹੈ। ਭਾਵ ਕਿ ਕੋਈ ਉਸ ਦੇ ਸਮਾਨ ਦੂਜਾ ਨਹੀਂ ਹੈ। ਅਕਾਲ ਮੂਰਤ ਉਸ ਪਰਮ ਹਸਤਤਾ ਨੂੰ ਅਕਾਲ ਕਿਹਾ ਜਾਂਦਾ। ਭਾਵ ਕਿ ਸਮੇਂ ਤੋਂ ਬਾਹਰ ਉਹਦੀ ਹਸਤੀ ਹੈ, ਪਰ ਮੂਰਤ, ਪਰ ਫਿਰ ਵੀ ਉਹ ਸਮੇਂ ਦੇ ਅਧੀਨ ਆਪਣੀ ਮੂਰਤ ਨੂੰ ਕਾਲ ਨੇਮ ਦੇ ਹੱਥ ਰੱਖ ਕੇ ਪ੍ਰਗਟ ਕਰਦਾ ਹੈ। ਅਜੂਨੀ ਸੈਭੰ ਭਾਵ ਕਿ ਉਹ ਕਿਸੇ ਤੋਂ ਜੇ ਇਸ ਤਰ੍ਹਾਂ ਦਾ ਭਾਵ ਬਣੇ ਕਿ ਉਹ ਸਾਰਾ ਨਿਰਭਉ, ਤਾਂ ਫਿਰ ਖਿਆਲ ਉਪਜਦਾ ਹੈ ਕਿ ਉਹ ਕਿਸੇ ਨਾ ਕਿਸੇ ਜੂਨ ਦੇ ਵਿੱਚ ਉਹਦਾ ਕੋਈ ਵਰਨ ਭੇਖ ਤਾਂ ਆਇਦ ਕੀਤਾ ਜਾਵੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਜੂਨੀ ਭਾਵ ਜੂਨਾਂ ਤੋਂ ਰਹਿਤ ਹੈ। ਸੈਭੰ ਭਾਵ ਆਪਣੇ ਆਪ ਤੋਂ ਪਰਮ ਸੱਤਾ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਅਤੇ ਕਹਿੰਦੇ ਐਸੇ ਪਰਮ ਸਰੂਪ ਅਕਾਲ ਪੁਰਖ ਨੂੰ ਗੁਰ ਪ੍ਰਸਾਦ ਭਾਵ ਗੁਰੂ ਕਿਰਪਾ ਦੁਆਰਾ ਜਾਣਿਆ ਬੁੱਝਿਆ ਜਾਂਦਾ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ। ਜਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਜੀਵਨ ਦੇ ਜਿਤਨੇ ਵੀ ਅਧਿਆਤਮਿਕ ਨੁਕਤਿਆਂ 'ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਉਹਨਾਂ ਨੂੰ ਬੜੇ ਗਹੁ ਨਾਲ ਵਾਚਣਾ ਪੈਂਦਾ ਹੈ। ਜਿਤਨੀ ਬਰੀਕੀ ਦੇ ਨਾਲ ਵਾਚਾਂਗੇ ਉਤਨੀ ਹੀ ਠੀਕ ਸਮਝ ਸਾਨੂੰ ਗੁਰੂ ਸ਼ਬਦ ਦੇ ਆਛੇ ਦੀ ਆਵੇਗੀ। ਕਿਉਂਕਿ ਗੁਰੂ ਕੀ ਬਾਤ ਅਤ ਗੁਹਜ ਹੈ, ਅਤ ਰਹੱਸਮਈ ਹੈ, ਅਤੇ ਜੇ ਉਹਦੀ ਮੌਲਿਕਤਾ ਹੈ ਤਾਂ ਉਹ ਵੀ ਬੜੀ ਬਾਰੀਕ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਅੱਜ ਦੇ ਪਹਿਲੇ ਸ਼ਲੋਕ ਦੁਆਰਾ, ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਪਹਿਲੇ ਸ਼ਲੋਕ ਦੁਆਰਾ ਇਸ ਵਿਸ਼ੇ ਦੇ ਤਹਿਤ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸੰਸਾਰ ਦੀ ਜਿਹੜੀ ਹੋਂਦ ਬਣਦੀ ਹੈ, ਭਾਵ ਕਿ ਜਦੋਂ ਅਸੀਂ ਸੰਸਾਰ ਨੂੰ ਜਾਣਦੇ ਹਾਂ ਉਹ ਇਸ ਤਰੀਕੇ ਨਾਲ ਜਾਣਦੇ ਹਾਂ ਮਾਤਾ ਪਿਤਾ ਭੈਣ ਭਾਈ ਪਤਨੀ ਆਦਿਕ ਦੇ ਸੰਬੰਧਾਂ ਦੁਆਰਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਇਹਦੇ ਦੁਆਰਾ ਪਹਿਲੀ ਵਾਰੀ ਮਨੁੱਖ ਸੰਸਾਰ ਦੇ ਸੰਪਰਕ ਵਿੱਚ ਆਉਂਦਾ ਹੈ, ਇਹਦੇ ਦੁਆਰਾ ਸੰਸਾਰ ਦਾ ਬੋਧ ਹੁੰਦਾ ਹੈ। ਪਰ ਦੂਜੇ ਪਾਸੇ ਇਸੇ ਹੀ ਜੀਵਨ ਸੰਗਰਾਮ ਦੇ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਕਿੰਨਾ ਭ੍ਰਾਂਤੀਆਂ ਦਾ ਸ਼ਿਕਾਰ ਹੋ ਜਾਂਦਾ, ਜਿਹਦੇ ਕਰਕੇ ਉਹਨੂੰ ਆਪਣੇ ਜੀਵਨ ਦਾ ਮਨੋਰਥ ਵਿਸਰ ਜਾਂਦਾ ਹੈ, ਜਿਹਦੇ ਕਰਕੇ ਉਹ ਜੀਵਨ ਦਾ ਠੀਕ ਦਸ਼ਾ ਨੂੰ ਭੁੱਲ ਕੇ ਅਤੇ ਕੇਵਲ ਪਰਿਵਾਰਕ ਜਿਹੜੀ ਸੀਮਾ ਹੈ ਉਹਦੇ ਤੱਕ ਸੀਮਤ ਹੋ ਕੇ ਰਹਿ ਜਾਂਦਾ। ਇਸ ਵਿਸ਼ੇ ਤਹਿਤ ਗੁਰੂ ਸਾਹਿਬ ਜੀ ਸਾਨੂੰ ਵੈਰਾਗਮਈ ਨੁਕਤੇ ਤੋਂ ਅੱਜ ਦੇ ਪਹਿਲੇ ਸ਼ਲੋਕ ਦੇ ਸ਼ਬਦ ਉਪਦੇਸ਼ ਕਰ ਰਹੇ ਹਨ। ਹੁਣ ਵੈਰਾਗ ਦੇ ਸੰਬੰਧ ਵਿੱਚ ਵੀ ਦੋ ਗੱਲਾਂ ਕਹਿਣ ਵਾਲੀਆਂ ਹਨ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪੂਰਵ ਜਿਹੜਾ ਵੈਰਾਗ ਦਾ ਮਾਰਗ ਸੀ, ਵੈਰਾਗ ਦਾ ਅਭਿਆਸ ਸੀ, ਉਹਦੇ ਵਿੱਚ ਬਿਲਕੁਲ ਇਹ ਸੀ ਪਰਿਵਾਰ ਸਮਾਜ ਪਦਾਰਥ ਬਿਲਕੁਲ ਤਿਆਗ ਕਰ ਦਿੱਤਾ ਜਾਵੇ, ਔਰ ਇਸ ਕਦਰ ਤਿਆਗ ਦਿੱਤਾ ਜਾਵੇ ਕਿ ਮੁੜ ਕੇ ਉਹਦੇ ਵੱਲ ਕੋਈ ਸੁਭਾਵ ਨਾ ਰੱਖਿਆ ਜਾਵੇ। ਤਾਂ ਗੁਰੂ ਸਾਹਿਬ ਜੀ ਨੇ ਸਿੱਖ ਪੰਥ ਨੂੰ ਇੱਕ ਸਹਿਜ ਮਾਰਗ ਦਾ ਨਾਮ ਦਿੱਤਾ ਹੈ ਕਿ ਜਿਸ ਚੀਜ਼ ਨੂੰ ਅਸੀਂ ਬਿਲਕੁਲ ਛਟਕੇ ਦੇ ਨਾਲ ਛੁੱਟਣਾ ਚਾਹੁੰਦੇ ਹਾਂ, ਛੁਡਵਾਉਣਾ ਚਾਹੁੰਦੇ ਹਾਂ, ਉਹ ਇਸ ਤਰ੍ਹਾਂ ਸੰਭਵ ਨਹੀਂ ਹੁੰਦੀ। ਭਾਵ ਕਿ ਜਿਹੜਾ ਮਨੁੱਖ ਇੱਕ ਝਟਕੇ ਦੇ ਨਾਲ ਕਹਿਣਾ ਚਾਹੁੰਦਾ ਮੈਂ ਸੰਸਾਰ ਪਰਿਵਾਰ ਹੋਰ ਸਭ ਪੱਧਰਾਂ ਨੂੰ ਤਿਆਗ ਦਿੱਤਾ,
ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਅਸੰਭਵ ਹੁੰਦਾ, ਇਸ ਨੂੰ ਕਰਨ ਤੋਂ ਬਾਅਦ ਵੀ ਮਨੁੱਖ ਇਹਦੇ ਤੋਂ ਪ੍ਰਭਾਵਿਤ ਰਹਿੰਦਾ ਹੈ। ਇਸ ਕਰਕੇ ਸੰਸਾਰ ਤੋਂ ਛੁੱਟਣਾ ਹੈ ਤਾਂ ਉਹਦੀ ਵੀ ਜਿਹੜੀ ਸਾਧਨਾ ਹੈ ਉਹ ਬੜੀ ਸਹਿਜ ਹੋਵੇ ਕਿ ਹੌਲੀ ਹੌਲੀ ਰੋਜ਼ਾਨਾ ਸਤ ਸੰਗਤ ਕਰਕੇ ਆਪਣੇ ਮਨ ਮਤ ਬੁੱਧ ਸਭ ਨੂੰ ਇਤਨਾ ਸ਼ਵੱਛ ਠੋਸ ਬਣਾਇਆ ਜਾਵੇ ਕਿ ਇੱਕ ਪੂਰੇ ਜੀਵਨ ਦੀ ਸਾਧਨਾ ਦੇ ਤਹਿਤ ਇਸ ਕੁੱਲ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਇਆ ਜਾਵੇ। ਤਾਂ ਗੁਰੂ ਸਾਹਿਬ ਜੀ ਇਹਦਾ ਭਾਵ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੈਰਾਗ ਦਾ ਆਛਾ ਜਾਂ ਭਾਵ ਇਹ ਹੈ ਕਿ ਅਸੀਂ ਪਰਿਵਾਰ ਸਮਾਜ ਪਦਾਰਥ ਵਿੱਚ ਰਹਿੰਦਿਆਂ ਹੋਇਆਂ ਮੁਰਗਾਈ ਦੀ ਨਿਆਈ ਆਪਣੇ ਜੀਵਨ ਦੇ ਸਾਰੇ ਪੱਧਰਾਂ ਨੂੰ ਇਹਦੇ ਤੋਂ ਅਲਿਪਤ ਰੱਖਣਾ ਹੈ, ਪਰ ਇਹਦੇ ਤੋਂ ਅਲਿਪਤ ਰੱਖਦਿਆਂ ਹੋਇਆਂ ਵੀ ਇਹਦੇ ਵਿੱਚ 100% ਕਾਰਜਸ਼ੀਲ ਰਹਿਣਾ ਹੈ। ਇਸ ਕਰਕੇ ਜੇ ਅਸੀਂ ਇਸ ਨੇਮ ਤੋਂ ਗ੍ਰਸਤ ਨੂੰ ਵਾਚੀਏ ਤਾਂ ਬੜੀ ਵੱਡੀ ਸਾਧਨਾ ਹੈ ਕਿ ਜਲ ਦੇ ਵਿੱਚ ਰਹਿਣਾ ਵੀ ਹੈ ਪਰ ਆਪਣੇ ਆਪ ਨੂੰ ਅਲਿਪਤ ਵੀ ਰੱਖਣਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਸ਼ਬਦ ਉਪਦੇਸ਼ ਕਰਦਿਆਂ ਫਰਮਾਉਂਦੇ ਹਨ, ਕਤੰਚ ਮਾਤਾ ਕਤੰਚ ਪਿਤਾ। ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਭਾਈ, ਕਤੰ ਭਾਵ ਕਿੱਥੇ, ਚ ਦਾ ਭਾਵ ਕਿੱਥੇ ਕੋ ਰਹਿ ਜਾਂਦੇ ਹਨ ਮਾਤਾ, ਕਿੱਥੇ ਕੋ ਰਹਿ ਜਾਂਦੇ ਹਨ ਪਿਤਾ। ਗੁਰੂ ਸਾਹਿਬ ਜੀ ਫਰਮਾਉਂਦੇ ਕਤੰਚ ਮਾਤਾ ਕਤੰਚ ਪਿਤਾ, ਕਿੱਥੇ ਰਹਿ ਜਾਂਦੀ ਹੈ ਮਾਤਾ, ਕਿੱਥੇ ਰਹਿ ਜਾਂਦਾ ਹੈ ਮਾਤਾ ਦਾ ਮੋਹ, ਪਿਤਾ ਦਾ ਆਸਰਾ, ਪਿਤਾ ਦਾ ਤਰਵਾਸ, ਜਿਹਨੂੰ ਮਨੁੱਖ ਸਭ ਤੋਂ ਨਿਕਟ ਕਰਕੇ ਜਾਣਦਾ ਹੈ। ਹੁਣ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਜਿਹੜੀ ਛੋਹ ਨੂੰ ਮਹਿਸੂਸ ਕਰਦਾ ਹੈ ਉਹ ਆਪਣੀ ਮਾਤਾ ਦੀ ਛੋਹ ਨੂੰ ਮਹਿਸੂਸ ਕਰਦਾ ਹੈ। ਤਾਂ ਸ਼ੁਰੂਆਤੀ ਤੌਰ 'ਤੇ ਤਾਂ ਅਣਜਾਣ ਭਾਵ ਵਿੱਚ ਹੁੰਦਾ ਹੈ, ਪਰ ਹੌਲੀ ਹੌਲੀ ਜੀਵਨ ਜਿਉਂ-ਜਿਉਂ ਪਰਿਵਾਰ ਨਾਲ ਜੁੜਦਾ ਹੈ ਇੱਕ ਸਮਾਂ ਆਉਂਦਾ ਹੈ ਮਨੁੱਖ ਆਪਣੇ ਜੀਵਨ ਦੇ ਦੋ ਸਹਾਰੇ ਅਟੱਲ ਰੂਪ ਦੇ ਵਿੱਚ ਔਰ ਸਦੀਵੀ ਮੰਨ ਲੈਂਦਾ ਹੈ ਮਾਤਾ ਪਿਤਾ ਨੂੰ, ਅਤੇ ਸਮਝਦਾ ਹੈ ਕਿ ਜੇ ਇਹ ਨਾ ਹੋਣ, ਜੇ ਇਹਨਾਂ ਦਾ ਹੱਥ ਇਹਨਾਂ ਦਾ ਸਾਥ ਮੇਰੇ ਸੰਗ ਨਾ ਹੋਵੇ ਤਾਂ ਸ਼ਾਇਦ ਮੇਰਾ ਜੀਵਨ ਸੰਭਵ ਹੀ ਨਾ ਹੋਵੇ। ਤਾਂ ਫਿਰ ਇਸੇ ਕਰਕੇ ਇਹ ਮੋਹ ਦਾ ਆਕਰਸ਼ਣ ਕਈ ਵਾਰੀ ਇੰਨਾ ਵੱਧ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਫਿਰ ਫਰਮਾਉਂਦੇ ਹਨ ਕਤੰਚ ਮਾਤਾ ਕਤੰਚ ਪਿਤਾ, ਭਾਵ ਕਿ ਕਿੱਥੇ ਕੁ ਰਹਿ ਜਾਂਦਾ ਹੈ ਪਰਿਵਾਰ ਦਾ, ਮਾਤਾ ਪਿਤਾ ਦਾ ਮੋਹ ਸਨੇਹ ਆਦਿਕ। ਹੁਣ ਇਸ ਗੱਲ ਨੂੰ ਗੁਰੂ ਸਾਹਿਬ ਜੀ ਨੇ ਇਸ ਨੁਕਤੇ ਤੋਂ ਕਿਹਾ ਹੈ ਕਿ ਤੇਰੇ ਤੋਂ ਪਹਿਲਾਂ ਤੇਰੇ ਮਾਤਾ ਪਿਤਾ ਦਾ ਸੰਸਾਰ ਵਿੱਚ ਆਉਣਾ ਹੋਇਆ। ਜਦੋਂ ਤੱਕ ਤੂੰ ਉਹਨਾਂ ਦੇ ਗ੍ਰਹਿ ਵਿਖੇ ਜਨਮਿਆ ਹੈ ਉਦੋਂ ਤੱਕ ਆਪਣੇ ਜੀਵਨ ਦੇ ਵਿੱਚ ਸਫ਼ਰ ਦੇ ਵਿੱਚ ਚੱਲੇ ਹੋਏ ਤੇਰੇ ਮਾਤਾ ਪਿਤਾ ਤੇਰੇ ਤੋਂ ਕਈ ਸਾਲ ਅੱਗੇ ਲੰਘ ਗਏ ਨੇ ਅਤੇ ਤੂੰ ਉਹਨਾਂ ਦੇ ਜੀਵਨ ਸਫ਼ਰ ਵਿੱਚ ਮਿਲਿਆ ਹੋਇਆ ਉਹਨਾਂ ਨੂੰ ਮੁਸਾਫਿਰ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਮਾਤ ਪਿਤਾ ਬਨਤਾ ਸੁਤ ਬੰਧਵ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਜੀਵਨ ਦਾ ਸਫ਼ਰ ਚੱਲਦਾ ਹੈ, ਅਸੀਂ ਟ੍ਰੈਫਿਕ ਦੇ ਵਿੱਚ ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ, ਕੋਈ ਮੁਸਾਫਿਰ ਕਿਤੋਂ ਚੜ੍ਹਦਾ ਹੈ ਕਿਤੇ ਉਤਰਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਾਲ ਨੇਮ ਦੇ ਨੁਕਤੇ ਤੋਂ ਸਾਨੂੰ ਵੱਡੇ ਨੇਮ ਤੋਂ ਸਮਝਾ ਰਹੇ ਨੇ ਕਿ ਦਰਅਸਲ ਜਿਨ੍ਹਾਂ ਦੇ ਨਾਲ ਤੂੰ ਮੋਹ ਜੋੜਿਆ ਜਾਂ ਜਿਨ੍ਹਾਂ ਨੂੰ ਸਦੀਵ ਆਪਣੇ ਸਾਥੀ ਮੰਨ ਰਿਹਾ, ਤੂੰ ਪਹਿਲਾਂ ਇਸ ਗੱਲ ਨੂੰ ਤਾਂ ਦੇਖ, ਤੇਰਾ ਤਾਂ ਸੰਬੰਧ ਜੁੜਿਆ ਹੀ ਉਦੋਂ ਜਦੋਂ ਉਹਨਾਂ ਦੇ ਜੀਵਨ ਦੀ 20-25 ਸਾਲ ਦੀ ਆਜੂ ਬੀਤ ਚੁੱਕੀ ਸੀ। ਭਾਵ ਕਿ ਮਾਤਾ ਕਦੋਂ ਬਣੀ? ਮਾਤਾ ਉਦੋਂ ਹੀ ਬਣੀ ਜਦੋਂ ਤੇਰਾ ਜਨਮ ਹੋਇਆ, ਉਸ ਤੋਂ ਪਹਿਲਾਂ ਉਹ ਕਿਸੇ ਹੋਰ ਰੂਪ ਵਿੱਚ ਸੀ, ਭਾਵ ਕਿ ਕਿਸੇ ਦੀ ਪੁੱਤਰੀ ਸੀ, ਕਿਸੇ ਦੀ ਪਤਨੀ ਸੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਤੰਚ ਮਾਤਾ, ਕਦੋਂ ਕੁ ਬਣੀ ਹੈ ਮਾਤਾ? ਉਦੋਂ ਹੀ ਜਦੋਂ ਤੇਰਾ ਜਨਮ ਹੋਇਆ। ਦਾ ਭਾਵ ਤੇਰਾ ਸੰਬੰਧ ਪਰਿਵਾਰ ਦੇ ਨਾਲ ਮੁਸਾਫਿਰ ਦੇ ਨੁਕਤੇ ਤੋਂ ਜੁੜਿਆ ਹੈ। ਪਰ ਜੇ ਮੁਸਾਫਿਰ ਦੇ ਨੁਕਤੇ ਨੂੰ, ਹਾਂ ਹੁਣ ਇਹਦੇ ਵਿੱਚ ਦੋ ਨੁਕਤੇ ਨੇ। ਚੰਗਾ ਮੁਸਾਫਿਰ ਮਿਲ ਜਾਵੇ ਨਾ ਕਿਤੇ ਸਫ਼ਰ ਦੇ ਵਿੱਚ, ਤਾਂ ਸਫ਼ਰ 200-300 ਕਿਲੋਮੀਟਰ ਵੀ ਲੰਬਾ ਹੋਵੇ ਤਾਂ ਵਧੀਆ ਲੱਗਦਾ, ਕੋਈ ਮੁਸ਼ਕਿਲ ਨਹੀਂ ਹੁੰਦੀ, ਕਿਉਂਕਿ ਹਸਮੁਖ ਹੋਵੇ, ਮਿਲਵਰਤਨ ਹੋਵੇ, ਸ਼ੁਭ ਚਿੰਤਕ ਹੋਵੇ। ਅਤੇ ਜੇ ਉਹੀ ਥੋੜ੍ਹਾ ਜਿਹਾ ਠੀਕ ਨਾ ਮੁਸਾਫਿਰ ਮਿਲੇ ਤਾਂ ਸਫ਼ਰ ਥੋੜ੍ਹਾ ਠੀਕ ਨਹੀਂ ਲੱਗਦਾ। ਪਰ ਇਹ ਨੁਕਤਾ ਇੱਕ ਅਲੱਗ ਵਿਸ਼ਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਤੰਚ ਮਾਤਾ ਕਤੰਚ ਪਿਤਾ, ਭਾਵ ਕਿ ਜਿਹੜੇ ਮਾਤਾ ਪਿਤਾ ਦੁਆਰਾ ਤੂੰ ਸੰਸਾਰ ਨੂੰ ਜਾਣਿਆ ਹੈ, ਕਿੱਥੇ ਰਹਿ ਜਾਂਦੇ ਹਨ, ਕਿੱਥੇ ਰਹਿ ਜਾਂਦਾ ਹੈ ਇਹਨਾਂ ਦਾ ਮੋਹ। ਭਾਵ ਕਿ ਇਹ ਆਪਣੇ ਇੱਕ ਜੀਵਨ ਦੀ ਸਫ਼ਰ ਦੇ ਵਿੱਚ ਚੱਲ ਰਹੇ ਨੇ, ਤੂੰ ਇੱਕ ਆਪਣੇ ਜੀਵਨ ਦੇ ਵਿੱਚ ਹੈ। ਤਾਂ ਜਦੋਂ ਇਸੇ ਪ੍ਰਕਾਰ ਮਾਤਾ ਪਿਤਾ ਦੇ ਪ੍ਰਬਲ ਮੋਹ ਦੇ ਵਿੱਚ ਜੀਵਿਆ ਹੋਇਆ ਮਨੁੱਖ
ਜਦੋਂ ਮਾਤਾ ਪਿਤਾ ਦੀ ਅਣਹੋਂਦ ਨੂੰ ਹੰਡਾਉਂਦਾ ਹੈ ਤਾਂ ਫਿਰ ਉਹਨੂੰ ਸਮਝ ਆਉਂਦਾ ਹੈ, ਜਿਹਨੂੰ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣੇ ਓਹੇ, ਤੈ ਪਾਸੋਂ ਹੋਏ ਲੱਦ ਗਏ ਤੂੰ ਅਜੈ ਨਾ ਪਤੀਨ ਓਹੇ। ਭਾਵ ਕਿ ਯਾਦ ਕਰਕੇ ਦੇਖ, ਇੱਕ ਸਮੇਂ ਤੇਰਾ ਹੀ ਖਿਆਲ ਸੀ, ਤੂੰ ਆਖਦਾ ਸੀ ਕਿ ਮਾਤਾ ਪਿਤਾ ਬਿਨਾਂ ਰਹਿਣਾ ਅਸੰਭਵ ਹੈ, ਪਰ ਹੁਣ ਜੀਵਨ ਦਾ ਹਾਲਾਤ ਦੇਖ, ਉਹ ਦੋਵੇਂ ਮਾਤਾ ਪਿਤਾ ਇਸ ਸੰਸਾਰ ਤੋਂ ਕੂਚ ਕਰ ਗਏ ਨੇ। ਉਹਨਾਂ ਬਿਨਾਂ ਵੀ ਤਾਂ ਤੇਰਾ ਜੀਵਨ ਚੱਲ ਰਿਹਾ, ਪਰ ਤੇਰਾ ਜੀਵਨ ਅਜੇ ਵੀ ਰੁਕਿਆ ਹੋਇਆ। ਕਿਉਂ? ਪਹਿਲਾਂ ਮਾਤਾ ਪਿਤਾ ਦੇ ਮੋਹ ਦੇ ਆਕਰਸ਼ਣ ਵਿੱਚ ਸੀ, ਹੁਣ ਪਤਨੀ ਔਲਾਦ ਦੇ ਆਕਰਸ਼ਣ ਵਿੱਚ ਹੈ। ਇਸ ਕਰਕੇ ਇਹਦਾ ਭਾਵ ਕਿ ਤੂੰ ਚੱਲਦੇ ਹੋਏ ਸਫ਼ਰ ਦੀ ਰਮਜ ਨੂੰ ਵੀ ਨਹੀਂ ਬੁੱਝ ਰਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਕਤੰਚ ਮਾਤਾ ਕਤੰਚ ਪਿਤਾ। ਹੁਣ ਇਸੇ ਪ੍ਰਕਾਰ ਗੁਰਬਾਣੀ ਦਾ ਪਾਵਨ ਵਾਕ ਹੈ, ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਆਖਰ ਬੇਫਤਮ ਕਸ ਨਾ ਦਾਰਦ ਚੂੰ ਸਬਦ ਤਕਬੀਰ। ਵਾਲਮੀਕ ਬਟਵਾਰੇ ਦਾ ਅਸੀਂ ਜ਼ਿਕਰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਹੈ, ਉਹਨੂੰ ਅੰਤਮ ਸਮੇਂ ਜਦ ਉਹਦੇ ਮਾਤਾ ਪਿਤਾ ਨੇ, ਉਹਦੀ ਪਤਨੀ, ਉਹਦੀ ਔਲਾਦ ਨੇ ਇਨਕਾਰੀ ਕਰ ਦਿੱਤਾ ਕਿ ਅਸੀਂ ਇਸ ਕੁੱਲ ਕਰਮ ਦੇ ਵਿੱਚ, ਚਾਹੇ ਉਹ ਪਾਪ ਹੈ ਚਾਹੇ ਪੁੰਨ ਕਰਮ ਹੈ, ਤੇਰੇ ਸਹਾਇਕ ਨਹੀਂ ਹੋ ਸਕਦੇ, ਤਾਂ ਉਹਨੂੰ ਵੈਰਾਗ ਜਾਗਿਆ ਕਿ ਜਿਨ੍ਹਾਂ ਲਈ ਮੈਂ ਇਤਨਾ ਕੁਝ ਕਰ ਰਿਹਾ ਹਾਂ ਔਰ ਇਹਦੇ ਵਿੱਚ ਹੀ ਇਹ ਕਿਸੇ ਵੀ ਟਾਈਮ ਮੇਰੇ ਸਹਾਇਕ ਨਹੀਂ ਹਨ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਵੈਰਾਗਮਈ ਨੁਕਤੇ ਤੋਂ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਕਤੰਚ ਮਾਤਾ ਕਤੰਚ ਪਿਤਾ, ਅੱਗੇ ਹੈ ਕਤੰਚ ਬਨਿਤਾ ਬਿਨੋਦ ਸੁਤਹ। ਭਾਵ ਕਿੱਥੇ ਰਹਿ ਜਾਂਦਾ ਇਸਤਰੀ ਦਾ ਮੋਹ, ਬਿਨੋਦ ਸੁਤਹ ਭਾਵ ਆਪਣੇ ਧੀਆਂ ਪੁੱਤਰਾਂ ਦਾ ਮੋਹ। ਇਹਦਾ ਭਾਵ ਇਹ ਹੈ, ਜਿਤਨਾ ਚਿਰ ਤੱਕ ਸਾਡਾ ਜੀਵਨ ਹੈ ਉਤਨਾ ਚਿਰ ਤੱਕ ਹੀ ਸੰਬੰਧ ਹਨ। ਔਰ ਗੁਰਬਾਣੀ 'ਚ ਇੱਕ ਹੋਰ ਵੀ ਖਿਆਲ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਕਿਤੇ ਮਾਤ ਪਿਤਾ ਸੁਤ ਧੀਆ, ਕਿਤੇ ਗੁਰ ਚੇਲੇ ਫੁਨ ਹੂਆ। ਪਤਾ ਹੀ ਨਹੀਂ ਕਿੰਨੀ ਵਾਰੀ ਕਿੰਨਿਆਂ ਦੇ ਮਾਪਾ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫੁਨ ਹੂਏ, ਆਗੈ ਪਾਸ਼ੈ ਗਣਤ ਨ ਆਵੈ, ਕਿਆ ਜਾਤੀ ਕਿਆ ਹੁਣ ਹੂਏ। ਕਿ ਪਤਾ ਨਹੀਂ ਕਿਤਨੇ ਜਨਮ ਬਤੀਤ ਹੋਏ ਨੇ, ਕਦੀ ਕਿਸੇ ਦੇ ਮਾਂ ਬਾਪ ਬਣਨਾ ਪਿਆ। ਹੁਣ ਮਨੁੱਖ ਕੇਵਲ ਆਪਣੇ ਆਪ ਦੀ ਭੂਮਿਕਾ ਨੂੰ ਵਾਚੇ, ਆਪਣੇ ਆਪ ਦੀ ਭੂਮਿਕਾ ਨੂੰ। ਜਦੋਂ ਜੀਵਨ ਦਾ ਆਰੰਭ ਹੋਇਆ, ਪੁੱਤਰ ਬਣੇ, ਅੱਗੇ ਜਾ ਕੇ ਪਤੀ ਬਣੇ, ਅੱਗੇ ਜਾ ਕੇ ਦਾਦਾ, ਹੋਰ ਕਈ ਅਵਸਥਾਵਾਂ ਦੇ ਵਿੱਚੋਂ ਗੁਜ਼ਰੇ। ਇਹ ਸੰਬੰਧ ਤਾਂ ਚੇਤੇ ਰਹੇ ਕਿ ਅੱਜ ਪਿਤਾ ਹਾਂ ਕੱਲ੍ਹ ਦਾਦਾ ਹਾਂ, ਜਾਂ ਹੋਰ ਸਾਰੇ ਚੇਤੇ ਰਹੇ, ਪਰ ਇਹ ਨਹੀਂ ਯਾਦ ਰਿਹਾ ਕਿ ਇਹਨਾਂ ਅਵਸਥਾ ਦੇ ਵਿੱਚੋਂ ਆਉਂਦਿਆਂ ਆਉਂਦਿਆਂ ਜੀਵਨ ਦਾ ਕਿੰਨਾ ਹਿੱਸਾ, ਜੀਵਨ ਦਾ ਕਿੰਨਾ ਸਫ਼ਰ ਬਤੀਤ ਹੋ ਗਿਆ ਹੈ। ਉਸ ਬਤੀਤ ਹੋਏ ਸਫ਼ਰ ਨੂੰ ਯਾਦ ਨਹੀਂ ਰੱਖਿਆ, ਪਰ ਜਿਹੜੀਆਂ ਬਾਹਰੀ ਤੌਰ 'ਤੇ ਅਵਸਥਾਵਾਂ ਨੇ ਉਹਨਾਂ ਨੂੰ ਯਾਦ ਰੱਖ ਲਿਆ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ, ਕਤੰਚ ਬਨਿਤਾ ਬਿਨੋਦ ਸੁਤ ਹੈ। ਹੁਣ ਗੁਰਬਾਣੀ ਦਾ ਇੱਕ ਮੌਲਿਕ ਦ੍ਰਿਸ਼ਟੀਕੋਣ ਹੋਰ ਵੀ ਹੈ। ਸਤਿਗੁਰੂ ਸਾਹਿਬ ਦੀ ਬਾਣੀ 'ਚ ਆਉਂਦਾ, ਮਤ ਪਿਤਾ ਸੰਤੋਖ, ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਹੁਣ ਗੁਰੂ ਸਾਹਿਬ ਜੀ ਨੇ ਕਿਹਾ ਕਿ ਮਨੁੱਖ ਦਾ ਜਿਹੜਾ ਜੇ ਅਧਿਆਤਮਿਕ ਸਾਧਨਾ ਹੈ ਅਤੇ ਉਹਦੇ ਪਰਿਵਾਰ ਦੀ ਕੰਸੈਪਸ਼ਨ ਵੀ ਅਧਿਆਤਮਿਕ ਹੀ ਹੋਣੀ ਚਾਹੀਦੀ ਹੈ। ਅਧਿਆਤਮਿਕ ਹੋਣ ਦਾ ਭਾਵ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੇਰੀ ਮਾਤਾ ਮਤ ਹੈ। ਮਤ ਦਾ ਭਾਵ ਕਿ ਜਿਸ ਗੁਰੂ ਉਪਦੇਸ਼ ਦੇ ਨਾਲ ਮੇਰੇ ਜੀਵਨ ਦੀ ਕੁੱਲ ਮਤ ਦਾ ਨਿਰਮਾਣ ਹੁੰਦਾ ਹੈ, ਉਹ ਅਸਲ ਦੇ ਵਿੱਚ ਮੇਰੀ ਮਾਤਾ ਹੈ। ਜਿਵੇਂ ਮਾਤਾ ਆਪਣੇ ਸਰੀਰ ਦੁਆਰਾ ਬਾਲਕ ਨੂੰ ਜਨਮ ਦਿੰਦੀ ਹੈ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਫਿਰ ਦੇਖੋ ਹੁਣ ਪਰਿਵਾਰ ਦਾ ਅਧਿਆਤਮਿਕ ਕੰਸੈਪਸ਼ਨ ਬਣਾਈ ਹੈ ਕਿ ਭੌਤਿਕ ਰੂਪ ਦੇ ਵਿੱਚ ਮਾਤਾ ਨੇ ਜਨਮ ਦੇ ਦਿੱਤਾ ਬਾਲਕ ਨੂੰ, ਇਹ ਉਹਦਾ ਪਹਿਲਾ ਸਿਲਸਿਲਾ ਹੈ। ਉਹਨੂੰ ਦੂਜੇ ਸਿਲਸਿਲੇ ਦੇ ਵਿੱਚ ਉਹਦੀ ਮਤ ਦਾ ਵੀ ਨਿਰਮਾਣ ਕਰਨਾ ਪਏਗਾ। ਅਤੇ ਇਸੇ ਮਤ ਦੇ ਨਿਰਮਾਣ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਉਸ ਗੱਲ ਨੂੰ ਵਾਚੋ ਗੌਰ ਦੇ ਨਾਲ ਕਿ ਉੱਥੇ ਆਮ ਵਰਗੀ ਅਸੀਸ ਨਹੀਂ ਹੈ, ਜਿਵੇਂ ਆਮ ਸਾਡੀ, ਜਿਵੇਂ ਅਸੀਂ ਕਹਿੰਦੇ ਅਰਦਾਸ ਦੇ ਵਿੱਚ ਵੀ ਮੈਂ ਕਈ ਵਾਰੀ ਮਤਲਬ ਥੋੜ੍ਹਾ ਹੈਰਾਨ ਹੁੰਦਾ ਹੈ ਕਿ ਜੀਵਨ ਤਾਂ ਅਹੁਦ ਤਾਂ ਮਾਲਕ ਜਾਣਦਾ ਹੈ, ਅਸੀਂ ਬਾਰ-ਬਾਰ ਕਿਉਂ ਕਹਿੰਦੇ ਹਾਂ ਕਿ ਮਤਲਬ ਲੰਮੀ ਇੱਕ ਆਰਜੂ ਦੇਣੀ। ਇਸੇ ਪ੍ਰਕਾਰ ਉੱਥੇ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਸੰਸਾਰੀ ਮਾਤਾ ਦੀ ਬਜਾਏ ਸ਼ਬਦ ਦੇ ਅਨੁਭਵ ਦੇ ਵਿੱਚ ਜਾਗੀ ਹੋਈ ਮਾਤਾ ਦੀ ਅਸੀਸ ਹੈ ਕਿ ਨਿਮਖ ਨਾ ਬਿਸਰੋ ਤੁਮ ਕੋ ਹਰ। ਔਰ ਉੱਥੇ ਇਹ ਨਹੀਂ ਕਿਹਾ ਗਿਆ ਕਿ ਤੂੰ ਬੁੱਢ ਸੁਹਾਗਣ ਹੋਵੇ ਜਾਂ ਤੂੰ ਬਹੁਤ ਲੰਮੀ ਆਰਜੂ ਮਾਣੇ। ਉਸ ਅਸੀਸ ਤੋਂ ਵੀ ਇਹ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਜੀ ਨੇ ਸਾਡੇ ਪਰਿਵਾਰ ਦੀ ਵੀ ਕੰਸੈਪਸ਼ਨ ਅਧਿਆਤਮਿਕ ਬਣਾਈ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਜਦ ਸਿੱਧਾਂ ਦੇ ਕੋਲ ਗਏ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਪੁੱਛਿਆ, ਤੁਹਾਡਾ ਪਰਿਵਾਰ ਕੀ ਹੈ? ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਮਤ ਮੇਰੀ ਮਾਤਾ ਹੈ, ਸੰਤੋਖ ਮੇਰਾ ਪਿਤਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਬੰਦੇ ਦੇ ਸਿਰ 'ਤੇ
ਕਈ ਵਾਰੀ ਬਿਪਤਾ ਬਣ ਜਾਵੇ ਨਾ ਤਾਂ ਫਿਰ ਉਹਦੇ ਕੋਲੋਂ ਪਿਤਾ ਦਾ ਸਹਾਰਾ ਹੁੰਦਾ। ਉਹਦਾ ਪਿਤਾ ਕਹਿੰਦਾ ਕੋਈ ਗੱਲ ਨਹੀਂ, ਪਰਵਾਹ ਨਹੀਂ, ਮੈਂ ਤੇਰੇ ਨਾਲ ਆ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਮਾਤਾ ਦੀ ਮੱਤ ਸਾਡੇ ਜੀਵਨ 'ਚ ਪ੍ਰਵੇਸ਼ ਕਰ ਜਾਂਦੀ ਹੈ, ਫਿਰ ਜੀਵਨ ਦੇ ਵਿੱਚ ਕੋਈ ਵਿਕਾਰਾਂ ਦਾ ਪ੍ਰਭਾਵ ਜਾਂ ਮਾਇਆ ਦਾ ਪ੍ਰਭਾਵ ਜੀਵਨ ਨੂੰ ਭਰਮਾਉਂਦਾ ਹੈ, ਉਦੋਂ ਫਿਰ ਪਿਤਾ ਰੂਪ ਸੰਤੋਖ ਸਾਡੇ ਜੀਵਨ ਨੂੰ ਧੀਰਜ ਬਖਸ਼ਦਾ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਦਇਆ ਮੇਰੀ ਭੈਣ ਹੈ, ਭਾਵ ਕਿ ਜਿਹੜੀ ਬਾਰ-ਬਾਰ ਮੈਨੂੰ, ਭਾਵ ਕਿ ਬੇਬੇ ਨਾਨਕੀ ਜੀ ਵੱਡੇ ਸਨ ਤਾਂ ਉਹਨਾਂ ਨੇ ਕਿਹਾ ਕਿ ਦਇਆ ਮੇਰੀ ਭੈਣ ਹੈ, ਜਿਹੜੀ ਬਾਰ-ਬਾਰ ਮੈਨੂੰ ਸ਼ੁਭ ਕਰਮ ਕਰਨ ਦੇ ਲਈ ਆਖਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ। ਹੁਣ ਇਸ ਵਿਚਾਰ ਦੇ ਵਿੱਚ 3 ਨੁਕਤੇ ਸਪਸ਼ਟ ਹੋਏ ਨੇ, ਜੇ ਆਪ ਜੀ ਗਹੁ ਨਾਲ ਵਾਚੋ। ਸਭ ਤੋਂ ਪਹਿਲਾ ਨੁਕਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵੈਰਾਗ ਦਾ ਭਾਵ ਇਹ ਹੈ, ਪਰਿਵਾਰ ਦੇ ਵਿੱਚ ਰਹੋ, ਸਮਾਜ ਵਿੱਚ ਰਹੋ, ਪਰ ਇਹਨਾਂ ਦੇ ਬਾਹਰੀ ਮੋਹ ਤੋਂ ਅਲਿਪਤ ਰਹੋ। ਦੂਜਾ ਨੁਕਤਾ ਕਿ ਜਦੋਂ ਜੀਵਨ ਸਾਡਾ ਲਗਾਤਾਰ ਚੱਲ ਰਿਹਾ ਹੈ ਅਤੇ ਫਿਰ ਇਹਦੇ ਵਿੱਚ ਜਿਹੜੇ ਸੰਬੰਧ ਬਣ ਰਹੇ ਨੇ ਉਹਨਾਂ ਨੂੰ ਆਪਾਂ ਸਦੀਵ ਕਿਉਂ ਮੰਨ ਰਹੇ ਹਾਂ, ਦੂਜਾ ਨੁਕਤਾ। ਤੀਜਾ ਨੁਕਤਾ ਹੈ ਕਿ ਗੁਰੂ ਸਾਹਿਬ ਜੀ ਨੇ ਜੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਿਖਰ ਦਾ ਰੈਲਮ ਵੀ ਸਮਝਾਇਆ ਹੈ ਕਿ ਮਾਤਾ ਆਪਣੇ ਜੀਵਨ, ਹੁਣ ਦੇਖੋ ਜਿਤਨੇ ਵੀ ਸੰਸਾਰ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ, ਸਰੀਰਕ ਤੌਰ 'ਤੇ ਨਿਰਮਾਣ ਮਾਤਾ ਪਿਤਾ ਕਰ ਦਿੰਦੇ ਨੇ, ਪਰ ਮੱਤ ਦੇ ਤੌਰ 'ਤੇ, ਸੰਸਕਾਰਿਕ ਤੌਰ 'ਤੇ ਜਾਂ ਉਹਦੀ ਸੁਰਤ ਦੇ ਤਲ 'ਤੇ ਉਹਦਾ ਵਿਕਾਸ ਕਰਨਾ ਬਹੁਤ ਘੱਟ ਐਸੇ ਮਾਤਾ ਪਿਤਾ ਹੁੰਦੇ ਨੇ ਜਿਹੜੇ ਆਪਣੇ ਬੱਚੇ ਦਾ ਐਸਾ ਨਿਰਮਾਣ ਕਰ ਸਕਦੇ ਨੇ। ਹੁਣ ਇਹ ਵੀ ਸਾਨੂੰ ਮਿਸਾਲਾਂ ਮਿਲਦੀਆਂ ਨੇ। ਹੁਣ ਜਿਹੜੀ ਮੱਤ ਮਾਤਾ ਕਿਵੇਂ ਹੁੰਦੀ ਹੈ, ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਨੂੰ ਵੀ ਪਤਾ ਸੀ ਕਿ ਇਹ ਛੋਟੇ ਨੇ, ਹੁਣ ਤੋਂ ਬੰਦਗੀ ਦੀ ਜਾਗ ਲਗਾ ਦਿੱਤੀ ਤਾਂ ਜਾ ਕੇ ਇਹਨਾਂ ਦਾ ਜੀਵਨ ਸ਼ਕਰਗੰਜ ਵਰਗਾ ਹੋਣਾ, ਮਿਠਾਸ ਦਾ ਖਜ਼ਾਨਾ ਤਾਂ ਬਣਨਾ। ਉਹਨਾਂ ਨੇ ਕੀ ਲਾਗ ਲਗਾਈ ਕਿ ਉਂਝ ਬੱਚੇ ਦਾ ਆਮ ਸੁਭਾਅ ਕੀ ਹੈ, ਖੇਡ ਵੱਲ ਪਰਿਚਿਤ ਰਹਿਣਾ, ਪਰ ਉਹਨਾਂ ਨੇ ਜਾਗ ਲਗਾਈ ਕਿ ਪੁੱਤਰ ਤੂੰ ਅੱਲਾਹ ਤਾਲਾ ਦੀ ਇਬਾਦਤ ਕਰਿਆ ਕਰ, ਤੈਨੂੰ ਸ਼ਕਰ ਪ੍ਰਾਪਤ ਹੋਏਗੀ। ਹੁਣ ਮਾਤਾ ਨੇ 2 ਜਨਮ ਦਿੱਤੇ ਨੇ ਬਾਬਾ ਫਰੀਦ ਸਾਹਿਬ ਜੀ ਨੂੰ। ਇੱਕ ਜਨਮ ਜਿਹੜਾ ਸਰੀਰਕ ਰੂਪ ਦੇ ਵਿੱਚ ਆਪਣੀ ਮੌਤ ਦੇ ਰੈਲਮ ਵਿੱਚ ਖੜ ਕੇ ਉਹਨਾਂ ਨੂੰ ਜਨਮ ਦਿੱਤਾ, ਦੂਜਾ ਜਨਮ ਉਹਨਾਂ ਨੂੰ ਅਧਿਆਤਮਿਕ ਜਨਮ ਦਿੱਤਾ ਜਿਹਦੇ ਵਿੱਚ ਉਹ ਮੱਤ ਉਹਨਾਂ ਦੇ ਅੰਦਰ ਪ੍ਰਵੇਸ਼ ਕਰਾਈ। ਅਤੇ ਜਦੋਂ ਹੁਣ ਇਹਦੇ ਵਿੱਚ 2 ਗੱਲਾਂ ਦਾ ਫਰਕ ਦੇਖਣ ਵਾਲਾ ਹੈ, ਸਰੀਰ ਰੂਪਕ ਜਨਮ ਦੇ ਦਿੰਦੇ, ਅਧਿਆਤਮਿਕ ਰੂਪ 'ਚ ਜਨਮ ਨਾ ਦਿੰਦੇ ਤਾਂ ਹੋ ਸਕਦਾ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਦੀ ਮਹਿਮਾ ਜਿੱਡੀ ਵੱਡੀ ਨਾ ਹੁੰਦੀ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਮੁੱਚਾ ਫਰਜ਼ ਨਿਭਾਓ। ਸਮੁੱਚਾ ਹੁਣ ਸਾਡੇ ਸਮਾਜ ਦੇ ਵਿੱਚ ਅਸੀਂ ਗੁਰਬਾਣੀ ਦੇ ਸ਼ਬਦ ਨੂੰ ਜੇ ਮਤਲਬ ਪ੍ਰੈਜੈਂਟ ਕੰਟੈਕਸਟ ਦੇ ਵਿੱਚ ਵਾਚੀਏ ਤਾਂ ਸਾਡੇ ਤਾਂ ਪਰਿਵਾਰ ਦੀ ਕੰਸੈਪਸ਼ਨ ਵੀ ਅਧੂਰੀ ਹੈ। ਅੱਜ ਹਰੇਕ ਮਾਤਾ ਪਿਤਾ ਦਾ ਜ਼ੋਰ ਲੱਗਿਆ ਕਿ ਬੱਚੇ ਦੀਆਂ ਬਾਹਰੀ ਸਹੂਲਤਾਂ ਨੂੰ ਇੰਨਾ ਪਰਿਪੂਰਨ ਕਰ ਦੇਵਾਂ ਕਿ ਇਹਨੂੰ ਮਤਲਬ ਕਹਿਣ ਦੀ ਵੀ ਲੋੜ ਨਾ ਪਵੇ ਕਿ ਆਹ ਸਹੂਲਤ ਮੇਰੇ ਕੋਲ ਨਹੀਂ ਪੂਰੀ। ਪਰ ਸੱਚ ਜਾਣੋ, ਮੈਂ ਕਈ ਵਾਰੀ ਸਮਾਜ 'ਚ ਆਲੇ ਦੁਆਲੇ ਦੇਖਦਾ, ਇੰਨਾ ਦੁੱਖ ਹੁੰਦਾ ਹੈ ਕਿ ਜਿੰਨਾ ਮਾਤਾ ਪਿਤਾ ਨੇ ਤੇਰੇ ਬਾਹਰ 'ਤੇ ਜ਼ੋਰ ਲਗਾਇਆ, ਜੇ ਇਹਦਾ 5% ਵੀ ਤੇਰੇ ਅੰਦਰੂਨ 'ਤੇ ਜ਼ੋਰ ਲਗਾਇਆ ਹੁੰਦਾ, ਧਿਆਨ ਦਿੱਤਾ ਹੁੰਦਾ, ਅਤੇ ਤੂੰ ਸ਼ਾਇਦ ਅੱਜ ਮਨਮੁਖ ਨਾ ਹੁੰਦਾ, ਅਪਰਾਧੀ ਨਾ ਹੁੰਦਾ, ਦੁਰਾਚਾਰੀ ਨਾ ਹੁੰਦਾ। ਹੁਣ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਕਤੰਚ ਬਨਤਾ ਬਿਨੋਦ ਸੁੱਤੇ। ਕਿੱਥੇ ਰਹਿ ਜਾਂਦੇ ਧੀਆਂ, ਮਾਤਾ ਪਿਤਾ ਦਾ ਮੋਹ, ਸੰਬੰਧੀਆਂ ਦਾ ਮੋਹ, ਸਾਰਿਆਂ ਦਾ ਇਸੇ ਪ੍ਰਕਾਰ ਕਰਕੇ ਹੁਣ ਸੰਸਾਰ ਦੇ ਵਿੱਚ ਜਿਤਨੇ ਵੈਰਾਗੀ ਹੋਏ ਨੇ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਤੰਚ ਮਾਤਾ, ਭਾਵ ਕਿ ਜਦੋਂ ਹੁਣ ਕਹਿੰਦੇ ਕੋਈ ਅਪਰਾਧੀ ਪਕੜਿਆ ਗਿਆ ਤਾਂ ਉਹਨੂੰ ਅਪਰਾਧ ਅਦਾਲਤ ਦੇ ਵਿੱਚ ਪੁੱਛਿਆ ਗਿਆ ਕਿ ਤੂੰ ਅਪਰਾਧੀ ਬਣਨ ਦੇ ਮਗਰ ਆਪਣਾ ਕੀ ਕਾਰਨ ਮੰਨਦਾ? ਕਹਿੰਦਾ ਮੈਂ ਆਪਣੀ ਮਾਤਾ ਨੂੰ ਆਪਣਾ ਕਾਰਨ ਮੰਨਦਾ। ਕਹਿੰਦਾ ਕੀ? ਕਹਿੰਦਾ ਬਚਪਨ ਦੇ ਵਿੱਚ ਜਦ ਪਹਿਲੀ ਦਫਾ ਮੈਂ ਚੋਰੀ ਕੀਤੀ, ਘਰ ਲੈ ਕੇ ਆਇਆ ਚੋਰੀ ਦੀ ਵਸਤ, ਤਾਂ ਮੇਰੀ ਮਾਤਾ ਨੇ ਪੁੱਛਿਆ ਕਿੱਥੋਂ ਲੈ ਕੇ ਆਇਆ? ਕਹਿੰਦਾ ਮੈਂ ਕਿਹਾ ਚੁਰਾ ਕੇ। ਤਾਂ ਕਹਿੰਦਾ ਉਸ ਵਕਤ ਮੇਰੇ ਜਿਹੜੇ ਇਸ ਅਧਰਮ ਦੇ ਕੰਮ ਨੂੰ ਫਿਟਕਾਰਨ ਦੀ ਜਾਂ ਰੋਕਣ ਦੀ ਬਜਾਏ ਮੈਨੂੰ ਇਹਨੇ ਉਤਸ਼ਾਹ ਦਿੱਤਾ ਕਿ ਚੀਜ਼ ਬੜੀ ਕੀਮਤੀ ਹੈ, ਚੱਲ ਚੰਗਾ ਹੋਇਆ ਤੂੰ ਲੈ ਆਇਆ। ਕਹਿੰਦਾ ਉਹਦੇ ਇੱਕ ਦਿਨ ਦੇ ਨਾ ਰੋਕਣ ਨੇ ਮੈਨੂੰ ਇਸ ਰਸਾਤਲ ਵੱਲ ਧੱਕ ਦਿੱਤਾ ਕਿ ਅੱਜ ਮੈਂ ਅਪਰਾਧੀ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕਤੰਚ ਪਿਤਾ, ਅੱਗੇ ਜਦੋਂ ਮਹਾਤਮਾ ਬੁੱਧ ਨਿਰਵਾਣ ਪ੍ਰਾਪਤੀ ਤੋਂ ਬਾਅਦ ਘਰ ਆਏ ਨਾ, ਤਾਂ ਇਸੇ ਪ੍ਰਕਾਰ ਉਹਨਾਂ ਦਾ ਪਿਤਾ ਕਹਿਣ ਲੱਗਾ ਕਿ ਬੁੱਧ ਘਰ ਚੱਲੋ, ਆਪਣਾ ਰਾਜ ਪਾਟ ਸੰਭਾਲੋ। ਤਾਂ ਮਹਾਤਮਾ ਬੁੱਧ ਕਹਿਣ ਲੱਗੇ ਤੁਹਾਡੇ ਰਾਜ ਮਹਿਲਾਂ ਵਿੱਚ ਰਹਾਂਗਾ, ਸੀਮਤ ਹੋ ਜਾਵਾਂਗਾ। ਸੀਮਤ ਹੋ ਜਾਣ ਦਾ ਭਾਵ ਇਹ ਹੈ ਕਿ ਸਾਰਿਆਂ ਨੂੰ ਲੱਗੇਗਾ ਕਿ ਹੁਣ ਰਾਜਾ ਮੇਰੇ ਕੋਲ ਆਉਣ ਲੱਗਿਆਂ ਹਿਚਕਚਾਉਣਗੇ, ਮੇਰੇ ਮਹਿਲਾਂ ਦੇ ਵਿੱਚ ਪੈਰ ਰੱਖਣ ਲੱਗਿਆਂ ਲੋਕ 1000 ਵਾਰੀ ਸੋਚਣਗੇ ਹੁਣ ਵੀ ਰਾਜਾ ਹਾਂ
ਪਰ ਹੁਣ मैं ਗਿਆਨਾਤਮਕ ਰਾਜਾ ਹਾਂ, ਦਇਆ ਦਾ ਕਰੁਣਾ ਦਾ ਰਾਜਾ ਹਾਂ। ਜਿੱਥੇ ਬੈਠਾਂਗਾ ਉੱਥੇ ਬੈਠ ਕੇ ਹੀ ਆਪਣਾ ਰਾਜ ਕਰ ਸਕਦਾ ਹਾਂ। ਔਰ ਇਸ ਪੱਖ ਦੇ ਵਿੱਚ ਇੱਕ ਗੁਰੂ ਸਾਹਿਬ ਜੀ ਨੇ ਹੋਰ ਵੀ ਬਾਰੀਕ ਗੱਲ ਸਮਝਾਈ ਹੈ। ਜਿਹੋ ਜਿਹਾ ਅੱਜ ਦਾ ਸਮਾਂ ਹੈ, ਇਹਨੂੰ ਮਟੀਰੀਅਲਿਸਟਿਕ ਸਮਾਂ ਕਿਹਾ ਜਾਂਦਾ ਹੈ ਕਿ ਹਰ ਬੰਦਾ ਆਪਣੀ ਹੋਂਦ ਦਾ ਖਿਆਲ, ਆਪਣੇ ਮਤਲਬ ਦਾ ਖਿਆਲ ਪਹਿਲਾਂ ਰੱਖਦਾ। ਔਰ ਬਹੁਤ ਵਾਰੀ ਮੈਂ ਦੇਖਿਆ ਕਿ ਬੜੇ ਬੱਚਿਆਂ ਦਾ ਐਸਾ ਟੈਲੈਂਟ ਹੁੰਦਾ ਹੈ ਜਿਹਨੂੰ ਮੈਂ ਕੁਦਰਤੀ ਰੱਬ ਦੀ ਬਖਸ਼ਿਸ਼ ਮੰਨਦਾ, ਉਹ ਬਹੁਤੀ ਵਾਰੀ ਪਰਿਵਾਰ ਦੀਆਂ ਨਿੱਜ ਗਰਜਾਂ, ਪਰਿਵਾਰ ਦੇ ਨਿੱਜ ਸਵਾਰਥ ਦੇ ਵਿੱਚ ਦੱਬ ਕੇ ਰਹਿ ਜਾਂਦਾ ਹੈ। ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਜਿਹੜੀ ਉਸ ਬੱਚੇ ਦੁਆਰਾ ਰਿਵੀਲਡ ਹੋਣੀ ਹੁੰਦੀ ਹੈ, ਉਹ ਸੰਸਾਰ ਦੀ ਉਪਭੋਗਤਾ ਬਣ ਕੇ ਰਹਿ ਜਾਂਦੀ ਹੈ। ਸਾਡੇ ਅਨੁਸਾਰ ਚੱਲ, ਸਾਡੇ ਅਨੁਸਾਰ ਨਹੀਂ। ਤਾਂ ਕਰਕੇ ਗੁਰੂ ਸਾਹਿਬ ਜੀ, ਹੁਣ ਆਪ ਜੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਆਪ ਜੀ ਨੇ ਸ਼ਰਵਣ ਕੀਤਾ ਹੀ ਹੈ। ਉਹਦੇ ਵਿੱਚ ਕੀ ਹੈ? ਪਿਤਾ ਆਪਣੀ ਅਪੇਕਸ਼ਾ ਲਗਾ ਕੇ ਰੱਖਦਾ ਕਿ ਸਫਲ ਵਪਾਰੀ ਬਣ, ਮਾਤਾ ਆਪਣੀ ਅਪੇਕਸ਼ਾ ਲਗਾ ਕੇ ਰੱਖਦੀ ਹੈ ਕਿ ਘਰ ਪਰਿਵਾਰ ਵਧੇ। ਇਸੇ ਪ੍ਰਕਾਰ ਔਲਾਦ ਦੀ ਆਪਣੀ ਅਪੇਕਸ਼ਾ ਹੈ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਸਾਰਿਆਂ ਦੀਆਂ ਇੰਨੀਆਂ ਅਪੇਕਸ਼ਾਵਾਂ ਕਿਹਦੀਆਂ ਪੂਰੀਆਂ ਕੀਤੀਆਂ ਜਾਣ, ਫਿਰ ਮੇਰੀ ਆਪਣੇ ਜੀਵਨ ਦਾ ਮਨੋਰਥ ਕਿੱਥੇ ਰਹਿ ਜਾਏਗਾ ਜੇ ਮੈਂ ਇਹਨਾਂ ਦੀਆਂ ਹੀ ਨਿੱਜ ਗਰਜਾਂ ਦੇ ਵਿੱਚ ਪਿਆ ਰਿਹਾ। ਤਾਂ ਇਸ ਕਰਕੇ ਭਗਤਾ ਕੀ ਚਾਲ ਨਿਰਾਲੀ ਤਾਂ ਕੀ ਹੈ, ਉਹ ਫਿਰ ਇਸ ਪਰਿਵਾਰ ਨੂੰ ਫਿਰ ਹੁਣ ਜਦੋਂ ਉਹਨਾਂ ਦੀ ਲੋੜਾਂ ਵੀ ਨੇ, ਉਹਨਾਂ ਨੂੰ ਡੀਲ ਵੀ ਕਰਨਾ, ਫਿਰ ਕਰਨਾ ਕੀ ਹੈ? ਫਿਰ ਪਤਾ ਲੱਗਦਾ ਸਤ ਸੰਗਤ ਕੀ ਹੈ। ਫਿਰ ਮਨੁੱਖ ਨੂੰ ਪਤਾ ਲੱਗਦਾ ਕਿ ਮੇਰੇ ਅੰਦਰੂਨੀ ਦੋਵਾਂ ਜੀਵਨਾਂ ਦਾ ਬੈਲੈਂਸ ਕਿਵੇਂ ਬਣਾ ਕੇ ਰੱਖਣਾ, ਕਿ ਪਰਿਵਾਰ ਦੇ ਨਾਲ ਵੀ 100% ਨਿਭਣਾ ਹੈ ਅਤੇ ਆਪਣੇ ਅਧਿਆਤਮਿਕ ਮਨੋਰਥ ਨੂੰ ਵੀ ਪੂਰੇ ਸੁਚੇਤ ਰਹਿਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਤੰਚ ਬਨਿਤਾ ਵਿਨੋਦ ਸੁਤਹ। ਇਸੇ ਪ੍ਰਕਾਰ ਭਰਤਰੀ ਹਰੀ ਵਰਗਿਆਂ ਨੂੰ ਵੈਰਾਗ ਹੋ ਗਿਆ। ਕਾਹਦੇ ਕਰਕੇ? ਜਿਸ ਪਤਨੀ ਨਾਲ ਇੰਨਾ ਸਨੇਹ ਕਰਦੇ ਹਾਂ, ਉਹ ਪਤਨੀ ਦਾ ਵੀ ਮੋਹ ਕਿਸੇ ਹੋਰ 'ਤੇ ਹੈ। ਅੱਗੇ ਕਹਿੰਦੇ ਵਿਨੋਦ ਸੁਤਹ, ਭਾਵ ਕਿ ਇਹਦੇ ਜਿਤਨੇ ਰੰਗ ਕੌਤਕ ਤਮਾਸ਼ੇ ਹਨ, ਇਹ ਕਿੱਥੇ ਰਹਿ ਜਾਂਦੇ ਹਨ? ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬ ਤੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਤੰਚ ਭਰਾਤ ਮੀਤ ਹਿਤ ਬੰਧਵ, ਕਿੱਥੇ ਰਹਿ ਜਾਂਦੇ ਹਨ ਭਰਾਤਾ, ਮਿੱਤਰ, ਹਿਤ ਹੇਤੂ ਜਿਹੜੇ ਸਾਡੇ ਸ਼ੁਭ ਚਿੰਤਕ ਹਨ, ਬੰਧਵ ਭਾਵ ਰਿਸ਼ਤੇਦਾਰ, ਕਤੰਚ ਮੋਹ ਕੁਟੰਬ ਤੇ ਮੋਹ ਕਰਕੇ ਹੋਰ ਜਿਤਨਾ ਕੁਟੰਬ ਦਾ ਨਿਰਮਾਣ ਹੋਇਆ ਹੈ, ਇਹ ਸਾਰੇ ਕਿੱਥੇ ਰਹਿ ਜਾਂਦੇ ਹਨ? ਇਹ ਅੰਤਮ ਸਮੇਂ ਦੇ ਸਹਾਇਕ ਨਹੀਂ ਹਨ। ਗੁਰਬਾਣੀ ਦਾ ਪਾਵਨ ਵਾਕ ਹੈ। ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹਨ, ਵੈਦੋ ਨਾ ਵਾਈ ਭੈਣੋ ਨਾ ਪਾਈ, ਏਕੋ ਸਹਾਈ ਰਾਮ ਹੈ। ਹੁਣ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਕਤੰਚ ਮੋਹ ਕੁਟੰਬ ਤੇ, ਮਤਲਬ ਦਰਅਸਲ ਸਾਰਾ ਇਹ ਮੋਹ ਦਾ ਆਕਰਸ਼ਣ ਹੈ। ਹੁਣ ਇਸੇ ਪ੍ਰਕਾਰ ਗੁਰਬਾਣੀ 'ਚ ਇੱਕ ਹੋਰ ਵੀ ਹੈ। ਹੁਣ ਮੋਹ ਨੂੰ ਵੀ ਮਨੁੱਖ ਬਹੁਤ ਨੀਵੇਂ ਪੱਧਰ 'ਤੇ ਹੰਡਾਉਂਦਾ। ਮੈਂ ਕਈ ਵਾਰੀ ਦੇਖਦਾ, ਜਿਹੜਾ ਮਤਲਬ ਸਹਿਯੋਗ ਦੀ ਭਾਵਨਾ ਹੈ, ਆਪਣੇ ਤੱਕ ਸੀਮਤ ਹੈ। ਕਿਸੇ ਦੇ ਲਈ ਕੁਝ ਕਰਨ ਦੀ ਭਾਵਨਾ ਹੈ, ਆਪਣੇ ਪਰਿਵਾਰ ਤੱਕ ਸੀਮਤ ਹੈ। ਇਹਦਾ ਮਤਲਬ ਹੁਣ ਇਹਦੇ ਵਿੱਚ ਦੇਖੋ ਕਿ ਇਹ ਰੁਚੀਆਂ ਵੀ ਪਰਿਵਾਰ ਹੀ ਸਾਡੇ ਅੰਦਰ ਪਾਉਂਦਾ ਹੈ। ਹੁਣ ਗੁਰਬਾਣੀ 'ਚ ਨਾ ਮੈਂ ਇੱਕ ਦਿਨ ਵਾਕ ਪੜ੍ਹ ਰਿਹਾ ਸੀ, ਤਾਂ ਗੁਰੂ ਸਾਹਿਬ ਜੀ ਕਹਿੰਦੇ ਹੱਥੋਂ ਹੱਥ ਨਚਾਈਐ ਪੁਰਾਣੀ, ਮਾਤ ਕਹੈ ਸੁਤ ਮੇਰਾ। ਮਾਤਾ ਉਹਨੂੰ ਅਕਾਲ ਪੁਰਖ ਦੀ ਬਖਸ਼ਿਸ਼ ਸਮਝ ਕੇ ਉਹਦਾ ਧੰਨਵਾਦੀ ਹੋਣ ਦੀ ਬਜਾਏ ਮੋਹ ਦੇ ਵਿੱਚ ਆਪਣਾ ਜਿਹੜਾ ਅਚੇਤ ਦਾਵਾ ਹੈ ਉਹਦੇ ਉੱਪਰ ਆਇਦ ਕਰ ਰਹੀ ਹੈ, ਮਾਤ ਕਹੈ ਸੁਤ ਮੇਰਾ। ਤਾਂ ਗੁਰੂ ਸਾਹਿਬ ਜੀ ਪ੍ਰਸ਼ਨ ਉਠਾਲਦੇ ਕਿ ਜਦੋਂ ਇਹਦੇ ਜੀਵਨ ਦਾ ਆਰੰਭ ਹੋਇਆ, ਫਿਰ ਉਦੋਂ ਤੋਂ ਇਹਦੀਆਂ ਕਿਰਿਆਵਾਂ ਦੀ ਸੰਭਾਲ ਕਿਉਂ ਨਾ ਕੀਤੀ? ਕਿਰਿਆਵਾਂ ਦੀ ਸੰਭਾਲ ਤਾਂ ਉਦੋਂ ਹੀ ਕਰ ਸਕੇ ਜਦੋਂ ਇਹ ਠੀਕ ਸਾਡੇ ਹੱਥਾਂ ਦੇ ਵਿੱਚ ਆ ਗਿਆ। ਤਾਂ ਗੁਰੂ ਸਾਹਿਬ ਜੀ ਇਸੇ ਕਰਕੇ ਮਨੋਵਿਗਿਆਨ ਕਹਿੰਦਾ ਹੈ ਕਿ ਤੁਸੀਂ ਓਨੇ ਨਹੀਂ ਹੁੰਦੇ ਜਿੰਨਾ ਤੁਸੀਂ ਆਪਣੇ ਆਪ 'ਚੋਂ, ਤੁਸੀਂ ਓਨੇ ਹੋ ਜਿੰਨਾ ਤੁਹਾਨੂੰ ਸਮਾਜ ਨਿਰਮਾਣ ਕਰਦਾ ਹੈ। ਜਿੰਨੀਆਂ ਵੀ ਕਿਸੇ ਬੰਦੇ ਦੀਆਂ ਰੁਚੀਆਂ ਹੋਣਗੀਆਂ ਨਾ, ਉਹਦੇ ਵਿੱਚੋਂ 50-60% ਉਹਦੇ ਆਲੇ ਦੁਆਲੇ ਦੇ ਸਮਾਜ ਦੀ ਜੋ ਪ੍ਰਚਲਿਤ ਵਿਵਹਾਰ ਹੈ ਉਹੀ ਉਹਦੇ ਅੰਦਰ ਗੁੜਿਆ ਹੁੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਤੰਚ ਮੋਹ ਕੁਟੰਬ ਤੇ, ਸਾਰੇ ਮੋਹ ਰੂਪ ਦੇ ਸੰਬੰਧ ਹਨ। ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਦੇ ਮੋਹ ਦੇ ਆਕਰਸ਼ਣ ਕਰਕੇ ਇਹ ਬੜੇ ਚੰਗੇ ਭਾਸਦੇ ਨੇ, ਲੱਗਦਾ ਕਿ ਇਹਨਾਂ ਤੋਂ ਪਰਾਂ ਕੋਈ ਜੀਵਨ ਹੈ ਹੀ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪੇਖੰਤੇ ਭਾ, ਦੇਖਦਿਆਂ ਦੇਖਦਿਆਂ ਤਿਆਗੰ ਕਰੋਧ, ਇਹ ਸਾਰੇ ਤਿਆਗਦੇ ਚਲੇ ਜਾਂਦੇ ਹਨ, ਸਾਡੇ ਤੋਂ ਵਿਨਸਦੇ ਚਲੇ ਜਾਂਦੇ ਹਨ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਸਾਨੂੰ ਵੈਰਾਗਮਈ ਦ੍ਰਿਸ਼ਟੀਕੋਣ ਦਾ ਇੱਕ ਹੋਰ ਨੁਕਤਾ ਸਮਝਾਇਆ ਹੈ ਕਿ ਸਭ ਇੱਕ ਚੱਲ ਇੱਕ ਚਾਲ ਸਹੇ, ਸਭ ਆਪਣੀ ਵਾਰ। ਅਤੇ ਇਹਦਾ ਭਾਵ ਹੈ ਕਿ ਜਿਸ ਜੀਵਨ ਦੇ ਸਫ਼ਰ ਵਿੱਚ ਅਸੀਂ ਚੱਲੇ ਹਾਂ ਉਹਦੇ ਵਿੱਚ ਅਨੇਕਾਂ ਸੰਗੀ ਮਿਲਣਗੇ। ਇਹਨਾਂ ਸੰਗੀਆਂ ਦਾ ਧੰਨਵਾਦ
ਪਰ ਇਹਨਾਂ ਸੰਗੀਆਂ ਦੇ ਨਾਲ ਜੇ ਵਿਸ਼ੇਸ਼ ਤਰ੍ਹਾਂ ਦਾ ਮੋਹ ਆਕਰਸ਼ਣ ਬਣਾ ਕੇ ਰੱਖਿਆ ਤਾਂ ਇਹ ਆਕਰਸ਼ਣ ਸਾਨੂੰ ਜੀਵਨ ਦੇ ਮਨੋਰਥ ਤੋਂ ਭਟਕਾ ਦੇਵੇਗਾ। ਹੁਣ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪੇਖੰਤੇ ਤਿਆਗੰ ਕਰੋਤ, ਇਸ ਕਰਕੇ ਤਿਆਗ ਦੇ ਚਲੇ ਜਾਂਦੇ ਹਨ ਆਪੋ ਆਪਣੀ ਔਧ ਦੇ ਅਨੁਸਾਰ, ਅਤੇ ਮਨੁੱਖ ਵਿਚਾਰ ਕਰ ਕਿ ਆਖਰ ਮਨੁੱਖ ਇਕੱਲਾ ਚਾਹ ਜਾਂਦਾ। ਮੈਂ ਕੁਝ ਸਮਾਂ ਪਹਿਲਾਂ ਕਿਸੇ ਸਾਹਿਤਕਾਰ ਦੀ ਕਹਾਣੀ ਪੜ੍ਹੀ, ਉਹਨੇ ਡਾਇਸੋਪੋਰਾ ਦੇ ਨੁਕਤੇ ਤੋਂ ਲਿਖੀ ਹੈ। ਕਹਿੰਦਾ ਕਿ ਇੱਧਰੋਂ ਕੋਈ ਬਹੁਤ ਵੱਡੇ ਬਾਗ ਪਰਿਵਾਰ ਵਾਲਾ ਬੰਦਾ ਵਿਦੇਸ਼ ਪ੍ਰਵਾਸ ਕਰ ਗਿਆ, ਅਤੇ ਉੱਥੇ ਬੜੀ ਖੁਸ਼ੀ ਨਾਲ ਪ੍ਰਵਾਸ ਕਰ ਗਿਆ। ਜਦੋਂ ਉੱਥੇ ਗਿਆ ਤਾਂ ਉੱਥੇ ਉਹਨੂੰ ਇਕੱਲਤਾ ਮਹਿਸੂਸ ਹੋਈ। ਪਹਿਲੇ ਮਹੀਨਿਆਂ ਦੇ ਵਿੱਚ ਇਕੱਲਤਾ ਤੋਂ ਬੜਾ ਨਿਰਾਸ਼ ਹੋਇਆ, ਸੁਸਾਈਡ ਕਰਨ ਤੱਕ ਵੀ ਸੋਚਿਆ ਕਿ ਇੱਥੇ ਤਾਂ ਕੋਈ ਪੁੱਛ ਪ੍ਰਤੀਤ ਹੀ ਨਹੀਂ, ਜਿਸ ਔਲਾਦ ਕਰਕੇ ਹੈ ਉਹ ਵੀ ਨਿਕਟ ਨਹੀਂ ਬੈਠਦੀ, ਹੋਰ ਵੀ ਕੋਈ ਨਿਕਟ ਨਹੀਂ ਬੈਠਦਾ। ਫਿਰ ਕਹਿੰਦੇ ਉਸ ਇਕੱਲਤਾ ਨੂੰ ਉਹਨੇ ਕਿਵੇਂ ਮਤਲਬ ਹੱਲ ਕੀਤਾ। ਉਹਨੇ ਸੋਚਿਆ, ਫਿਰ ਉਹਨੂੰ ਕੋਈ ਲਿਖਤ ਪੜ੍ਹਨ ਨੂੰ ਮਿਲੀ। ਉਸ ਲਿਖਤ ਦੇ ਵਿੱਚ ਉਹਨੂੰ ਇਹ ਗਿਆਨ ਮਿਲਿਆ ਕਿ ਤੇਰਾ ਆਉਣਾ ਇਕੱਲੇ ਦਾ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਤੂੰ ਮੋਹ ਦੇ ਆਕਰਸ਼ਣ ਕਰਕੇ ਆਪਣੇ ਬੜੇ ਸੰਗੀ ਚਿਤਵਲੇ ਸਮਝਿਆ ਕਿ ਆਹ ਵੀ ਮੇਰਾ ਨਿਕਟਵਰਤੀ, ਆਹ ਵੀ ਮੇਰਾ ਨਿਕਟਵਰਤੀ ਹੈ। ਤਾਂ ਹੁਣ ਤੈਨੂੰ ਅਕਾਲ ਨੇ ਜਗਾਇਆ ਹੈ ਕਿ ਜੇ ਅੱਜ ਬਾਹਰੀ ਰੂਪ ਦੇ ਵਿੱਚ ਸੰਗੀ ਤੇਰੇ ਨਹੀਂ ਨੇੜੇ ਆ ਰਹੇ, ਤਾਂ ਇਹਦਾ ਮਤਲਬ ਤੇਰਾ ਵਜੂਦ ਇਕੱਲੇ ਦਾ ਹੀ ਹੈ। ਤੇਰਾ ਵਜੂਦ, ਜੇ ਤੂੰ ਆਪਣੀ ਇਕੱਲਤਾ ਨੂੰ ਜਿਉਣਾ ਸਿੱਖੇਂਗਾ ਤਾਂ ਤੇਰਾ ਜੀਵਨ ਸਜੱਗ ਹੈ। ਜੇ ਤੂੰ ਆਪਣੀ ਇਕੱਲਤਾ ਨੂੰ ਨਹੀਂ ਜਿਉਣਾ ਸਿੱਖੇਂਗਾ ਤੇ ਤੂੰ ਆਪਣਾ ਤਾਂ ਭਲਾ, ਦੂਸਰੇ ਦਾ ਭਲਾ ਤਾਂ ਕੀ ਕਰਨਾ, ਖੁਦ ਦਾ ਭਲਾ ਵੀ ਨਹੀਂ ਕਰ ਸਕੇਂਗਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦਾ ਸਮਾਂ 24-25 ਸਾਲ ਤੋਂ ਵਧੇਕ ਬਣਦਾ ਹੈ। ਇਤਨਾ ਸਮਾਂ ਪਰਿਵਾਰ ਤੋਂ ਦੂਰੀ, ਔਲਾਦ ਤੋਂ, ਪਤਨੀ ਤੋਂ, ਪਦਾਰਥਾਂ ਤੋਂ, ਮਾਣ ਪ੍ਰਤਿਭਾ ਸਾਰਿਆਂ ਤੋਂ ਦੂਰੀ ਬਣਾਉਣੀ, ਇਹੀ ਗ੍ਰਸਤ ਦਾ ਵੱਡਾ ਨੇਮ ਹੈ। ਤਾਂ ਹੁਣ ਅਸੀਂ ਕਈ ਵਾਰੀ ਕਹਿ ਦਿੰਦੇ ਜੀ, ਕਈ ਮਤਲਬ ਕਥਾਵਾਚਕ ਆਖਦੇ ਨੇ ਜੀ ਗੁਰੂ ਨਾਨਕ ਸਾਹਿਬ ਗ੍ਰਸਤੀ ਸਨ। ਤਾਂ ਮੈਂ ਕਹਿੰਦਾ ਕਿ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਤਾਂ ਵਾਚੋ ਕਿੰਨਾ ਕੁਝ ਉਹਨਾਂ ਨੇ ਇੱਕੋ ਜੀਵਨ 'ਚ ਹੀ ਨਿਭਾ ਦਿੱਤਾ। ਆਪਣੇ ਜੀਵਨ ਦੀ ਕੁੱਲ ਕਾਰ ਵੀ, ਚਾਹੇ ਮੋਦੀਖਾਨੇ ਦੀ, ਚਾਹੇ 18 ਸਾਲ ਦੀ ਖੇਤੀ ਹੈ, ਪਰਿਵਾਰਕ ਜ਼ਿੰਮੇਵਾਰੀਆਂ ਨੇ, ਸੰਸਾਰ ਨੂੰ ਸ਼ਬਦ ਅਨੁਭਵ ਦਾ ਪ੍ਰਕਾਸ਼ ਹੈ, ਕਿੰਨਾ ਕੁਝ ਉਹਨਾਂ ਨੇ ਗ੍ਰਸਤ ਦੇ ਨੇਮ ਵਿੱਚ ਰਹਿ ਕੇ ਨਿਭਾ ਦਿੱਤਾ। ਇੰਨਾ ਕੁਝ ਇਹਦੇ ਦੇ ਮੁਕਾਬਲੇ ਸਾਡੇ ਕੋਲ 1% ਵੀ ਨਹੀਂ ਨਿਭਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਪੇਖੰਤੇ ਤਿਆਗੰ ਕ੍ਰੋਧ। ਫਿਰ ਇਹ ਜਿਹੜਾ ਮੋਹ ਦਾ ਸਾਰੇ ਰੂਪ ਦੇਖਣ ਯੋਗ ਹਨ, ਇਹ ਤਿਆਗਣ ਯੋਗ ਹਨ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਭਦਿਅੰ ਅਚੁੱਤ ਤਨਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਰਹੰਤ ਸੰਗ ਭਗਵਾਨ ਸਿਮਰਨ, ਇਹ ਸਾਰੇ ਸੰਬੰਧੀ ਸਮੇਂ ਸਮੇਂ 'ਤੇ ਵਿਨਸ ਜਾਣਗੇ, ਪਰ ਜਿਹੜਾ ਭਗਵਾਨ ਸਿਮਰਨ ਭਾਵ ਕਿ ਅਕਾਲ ਪੁਰਖ ਦੀ ਸਿਮਰਨ, ਉਹਦੀ ਹਸਤੀ ਨੂੰ ਯਾਦ ਰੱਖਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਲਭਦਿਅੰ, ਉਹ ਲੱਭਦੀ ਪ੍ਰਾਪਤ ਹੁੰਦੀ ਹੈ। ਅਚੁੱਤ ਤਨਹ ਭਾਵ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਹੁੰਦੇ ਹਨ, ਜਿਹੜੇ ਇਸ ਸੰਸਾਰ ਦੇ ਮੋਹ ਤੋਂ ਉਪਰਾਮ ਹੋ ਚੁੱਕੇ ਹਨ, ਅਤੇ ਉਹਨਾਂ ਨੇ ਆਪਣਾ ਸਾਰਾ ਕੁਝ ਉਚੇਰੇ ਰੂਪਾਂ ਵਾਲਾ ਸਾਜ ਲਿਆ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਵੀ ਕਵਿਤਾਂ ਦੇ ਵਿੱਚ ਫਰਮਾਉਂਦੇ ਹਨ, ਨਹੀਂ ਦਦਸਾਰ ਪਿਤਾ ਪਿਤਾਮਾ, ਪਰ ਪਿਤਾਮਾ ਸੁਜਨ ਕੁਟੰਬ ਸੁਤ ਬੰਧਵਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ, ਮਾਮੂ ਮਾਮੀ ਮਾਸੀ ਉਹ ਵਿਭੇਦ ਵਿਖਿਆਤਾ ਹੈ। ਇਸੇ ਪ੍ਰਕਾਰ ਨਹੀਂ ਸਸੁਰਾਰ ਸਾ ਸਸੁਰਾ ਸਾਰੂ ਔਸਾਰੀ, ਨਹੀਂ ਬਿਰਤੀ ਸੁਰ ਮੈਂ ਜਾਚਕ ਨਾ ਦਾਤਾ ਹੈ। ਅਸਨ ਬਸਨ ਆਨ ਤਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਕਹਿੰਦੇ ਜੇ ਦਾਦਕਿਆਂ ਦੀ ਵਿਚਾਰ ਕਰ ਲਈ ਜਾਵੇ, ਪਿਤਾ ਪਿਤਾਮਾ, ਇਸ ਤੋਂ ਅਗਲੇ ਸੰਬੰਧ ਚੱਲਦੇ ਨੇ। ਕਹਿੰਦੇ ਇਸੇ ਪ੍ਰਕਾਰ ਨਾਨਕਿਆਂ ਦੀ ਮਾਮੂ ਮਾਮੀ ਮਾਸੀ ਉਹ ਵਿਭੇਦ ਵਿਖਿਆਤਾ ਹੈ, ਪਰ ਕਹਿੰਦੇ ਜਿਹੜਾ ਅਸਲ ਨਾਤਾ ਹੈ ਉਹ ਗੁਰੂ ਕੇ ਸਿੱਖ ਦਾ ਸਾਧ ਸੰਗਤ ਦੇ ਨਾਲ ਹੈ। ਹੁਣ ਮੈਨੂੰ ਕਈ ਵਾਰੀ ਇਸ ਗੱਲ ਨੂੰ ਮੈਂ ਬੜਾ ਬਾਰੀਕੀ ਦੇ ਨਾਲ ਵਾਚਦਾ ਰਿਹਾ। ਕਈ ਵਾਰੀ ਦਫਾ ਮਤਲਬ ਕਿ ਗੁਰਸਿੱਖ ਅਤੇ ਸਾਧ ਸੰਗਤ ਦਾ ਨਾਤਾ ਭਾਈ ਗੁਰਦਾਸ ਸਾਹਿਬ ਜੀ ਨੇ ਸਭ ਤੋਂ ਉੱਤਮ ਕਿਹਾ। ਚਲੋ ਹੁਣ ਤਾਂ ਫਰਕ ਪੈ ਗਿਆ। ਮੈਨੂੰ ਪੂਰਬ ਅੱਜ ਤੋਂ 1-2 ਸਾਲ ਪਹਿਲਾਂ ਦਾ ਸਮਾਂ ਯਾਦ ਹੈ ਕਿ ਜਦੋਂ ਸਤਸੰਗੀ ਮਤਲਬ ਆਪਣੇ ਨਿੱਜ ਜੀਵਨ ਦੇ ਅਨੁਭਵ, ਨਿੱਜ ਜੀਵਨ ਦੀਆਂ ਸਾਰੀਆਂ ਕੋਈ ਮੁਸ਼ਕਿਲਾਂ ਜਾਂ ਜੋ ਵੀ ਵਾਪਰਦਾ ਸੀ, ਉਹ ਬੜੇ ਖੁੱਲ੍ਹੇ ਜਿਹੇ ਭਾਵ ਨਾਲ ਸਾਡੇ ਨਾਲ ਸਾਂਝਾ ਕਰਦੇ ਸਨ। ਤਾਂ ਉਹਦਾ ਫਿਰ ਸਮਝ ਆਉਂਦਾ ਸੀ। ਫਿਰ ਮੈਂ ਸੋਚਦਾ ਸਾਂ ਕਿ ਇਹਨਾਂ ਦੇ ਨਾਲ ਖੂਨ ਦਾ ਕੋਈ ਸੰਬੰਧ ਨਹੀਂ ਹੈ, ਕੋਈ ਲੈਣ ਦੇਣ ਦਾ ਸੰਬੰਧ ਨਹੀਂ ਹੈ, ਕਦੀ ਬਹੁਤਾ ਲੰਮਾ ਸਮਾਂ ਮਿਲਿਆ ਨੂੰ ਵੀ ਨਹੀਂ ਹੋਇਆ। ਤਾਂ ਇਹ ਕੀ ਕਾਰਨ? ਫਿਰ ਮੈਨੂੰ ਸਮਝ ਆਇਆ ਕਿ ਸ਼ੁੱਧ ਜੀਵਨ ਦੀ ਪ੍ਰਤੀਤ ਜਦੋਂ ਇੱਕ ਦੂਜੇ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਉਦੋਂ ਵਿੱਚੋਂ ਜਿਹੜੇ ਨਿਰਮਲ ਸੰਬੰਧ ਕਾਇਮ ਹੁੰਦੇ ਨੇ, ਉਹੀ ਗੁਰਸਿੱਖ ਅਤੇ ਸਾਧ ਸੰਗਤ ਦਾ ਅਸਲ ਨਾਤਾ ਹੈ। ਇਹ ਕਿਤੇ ਵੀ ਮਨੁੱਖ ਨੂੰ ਨਹੀਂ ਛੱਡਦੇ, ਪਰ ਮਨੁੱਖ ਦੀ ਇੱਕ ਫਿਤਰਤ ਹੈ ਕਿ ਸੰਸਾਰੀ ਗਰਜਾਂ ਨੂੰ ਪਾਲਦਾ ਹੈ।
ਹੁਣ ਦੇਖੋ ਅਸੀਂ ਕਈ ਪਿਛਲੇ ਸਮੇਂ 'ਚ ਘਟਨਾਵਾਂ ਦੇਖੀਆਂ। ਹੁਣ ਅਸੀਂ ਆਪਣੇ ਪਰਿਵਾਰ ਲਈ, ਕੁੱਲ ਪਰਿਵਾਰ ਲਈ ਜਿਉਂਦੇ ਹਾਂ, ਤਾਂ ਜਦੋਂ ਕਦੇ ਸਾਡਾ ਜੀਵਨ ਵਿਨਸਦਾ ਹੈ ਤਾਂ ਸਾਨੂੰ ਹੱਦ ਰੋਣ ਵਾਲੇ 5-7 ਹੁੰਦੇ ਨੇ। ਪਰ ਇੱਕ ਉਹ ਹੈ ਜਿਹਦੇ ਬਾਰੇ ਗੁਰਬਾਣੀ 'ਚ ਕਿਹਾ ਗਿਆ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਇੱਕ ਸੰਸਾਰੀ ਗਿਆ, ਉਹਨੂੰ ਰੋਣ ਵਾਲੇ 4-5 ਨੇ, 4-5 ਉਹਦੀ ਘਾਟ ਨੂੰ ਮਹਿਸੂਸ ਕਰ ਰਹੇ ਨੇ। ਇੱਕ ਬੰਦਗੀ ਦੇ ਰੈਲਮ ਵਿੱਚ ਜੀਵਿਆ ਹੋਇਆ ਮਨੁੱਖ ਹੈ, ਜਿਹਦੀ ਜਾਣ ਤੋਂ ਬਾਅਦ ਉਹਦੀ ਅਣਹੋਂਦ ਨੂੰ ਸਾਰਾ ਸੰਸਾਰ ਮਹਿਸੂਸ ਕਰ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਸ਼ਲੋਕ ਦੇ ਵਿੱਚ ਇਹ ਵੀ ਨੁਕਤਾ ਸਾਨੂੰ ਸਪਸ਼ਟ ਕੀਤਾ ਹੈ ਕਿ ਜੇ ਪਰਿਵਾਰਕ ਮੋਹ ਦੀ ਸੀਮਾ ਤੋਂ ਥੋੜ੍ਹਾ ਜਿਹਾ ਵੀ ਉੱਪਰ ਉੱਠ ਜਾਓਗੇ ਤਾਂ ਜੀਵਨ ਦਾ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦੇ ਅਚੁੱਤ ਤਨਹ। ਇਸ ਕਰਕੇ ਭਗਵਾਨ ਦੇ ਸਿਮਰਨ ਦਾ ਉਹ ਕਾਰਜ ਉਹਨਾਂ ਗੁਰਸਿੱਖਾਂ, ਉਹਨਾਂ ਸਾਧਕਾਂ ਦੇ ਕੋਲ ਜਾ ਕੇ ਲੱਭ ਜਿਹੜੇ ਜੀਵਨ ਜਿਉਣ ਦੀ ਜੁਗਤ ਦੱਸਦੇ ਹਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਅੱਜ ਦੇ ਪਹਿਲੇ ਸ਼ਲੋਕ ਦੁਆਰਾ, ਸ਼ਬਦ ਉਪਦੇਸ਼ ਦੁਆਰਾ ਸਾਨੂੰ ਨਿਵਾਜਿਸ਼ ਕਰਦੇ ਹਨ ਕਿ ਮਾਤਾ ਪਿਤਾ ਭੈਣ ਭਾਈ ਹੇਤੂਆਂ ਸ਼ੁਭ ਚਿੰਤੀਆਂ ਸੱਜਣਾ ਸਾਰਿਆਂ ਦਾ ਜਿਹੜਾ ਮੋਹ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਛਲਾਵਾ ਹੈ। ਜੇ ਇਹਦੇ ਤੋਂ ਮਨੁੱਖ ਨਹੀਂ ਜਾਗੇਗਾ, ਨਹੀਂ ਸੁਚੇਤ ਹੋਏਗਾ, ਤੇ ਇਹ ਮਨੁੱਖ ਨੂੰ ਉਹਦੇ ਜੀਵਨ ਦੇ ਅਧਿਆਤਮਿਕ ਮਨੋਰਥ ਦੇ ਵਾਲੇ ਪਾਸੇ ਨਹੀਂ ਜਾਣ ਦੇਣਗੇ। ਇਸ ਕਰਕੇ ਇਹਨਾਂ ਦੀ ਸੀਮਾ ਨੂੰ, ਇਹਨਾਂ ਦੇ ਸਾਰੇ ਪੱਖਾਂ ਨੂੰ ਵਾਚੋ, ਇਹਨਾਂ ਦੀ ਲੋੜ ਨੂੰ, ਇਹਨਾਂ ਦੀ ਸੀਮਾ ਨੂੰ, ਇਹਨਾਂ ਦੀ ਮਹੱਤਤਾ ਨੂੰ। ਜੇ ਇਹਨਾਂ ਦੀ ਮਹੱਤਤਾ ਸਤ ਸੰਗਤ ਲਈ ਸਹਾਇਕ ਹੈ ਤਾਂ ਉਹਨੂੰ ਜ਼ਰੂਰ ਅਪਣਾਵੋ। ਜੇ ਇਹਨਾਂ ਦਾ ਭੂਮਿਕਾ ਸਾਡੇ ਲਈ ਅਧਿਆਤਮਿਕ ਮਨੋਰਥ ਲਈ ਨਹੀਂ ਸਹਾਇਕ ਹੈ ਤੇ ਇਹ ਤਿਆਗ ਦੇਣ ਯੋਗ ਹਨ। ਗੁਰੂ ਸਾਹਿਬ ਜੀ ਕਹਿੰਦੇ, ਰਹੰਤ ਸੰਗ ਭਗਵਾਨ ਸਿਮਰਨ ਕੇਵਲ ਸਦੀਵੀ ਰਹਿੰਦਾ ਹੈ। ਜਿਹੜਾ ਕਿਸੇ ਸਾਧਕ ਨੇ ਰੱਬੀ ਜਾਤ ਦੇ ਵਿੱਚ ਜੁੜ ਕੇ ਕੀਤੀ ਹੋਈ ਸਾਧਨਾ ਹੁੰਦੀ ਹੈ, ਗੁਰੂ ਸਾਹਿਬ ਦੀ ਕਿਰਪਾ ਕਰਨ ਸਾਨੂੰ ਸੰਸਾਰਕ ਸੰਬੰਧਾਂ ਦੀ ਸੱਚ ਪ੍ਰਤੀਤ ਆਵੇ, ਮੋਹ ਪ੍ਰਤੀਤ ਨਹੀਂ, ਸੱਚ ਪ੍ਰਤੀਤ ਆਵੇ। ਫਿਰ ਉਸ ਸੱਚ ਪ੍ਰਤੀਤ ਦੇ ਵਿੱਚੋਂ ਗੁਰੂ ਦੇ ਗਿਆਨ ਦੇ ਆਸ਼ੇ ਨੂੰ ਕਮਾਉਂਦਿਆਂ ਹੋਇਆਂ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ ਜੀ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਪਾਵਨ ਸ਼ਲੋਕ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਲੋਕ ਦੀ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।